ਲੋਕ ਜਿੱਦਾਂ ਇੱਕ ਮੈਨੂੰ ਵੇਖਣਾ ਤੇ ਕਿਸੇ ਨੇ ਹੱਸਣਾ, ਕਿਸੇ ਨੇ ਕੋਈ ਇੱਦਾਂ ਦਾ ਕਮੈਂਟ ਕਰ ਦੇਣਾ, ਬਿਨ ਲਾਦਿਨ, ਤਾਲਿਬਾਨ, ਮਤਲਬ ਬੜਾ ਦੁੱਖ ਜਿਹਾ ਹੋਣਾ। ਇੱਕ ਤੁਸੀਂ ਪਹਿਲਾਂ ਹੀ ਇੱਕ ਚੀਜ਼ ਸਫ਼ਰ ਕਰ ਰਹੇ ਆ, ਤੁਹਾਡੇ ਤੋਂ ਕੰਮ ਹੈ ਨਹੀਂ ਆ, ਤੁਹਾਨੂੰ ਭਾਸ਼ਾ ਨਹੀਂ ਆਉਂਦੀ, ਤੁਸੀਂ ਅਜੀਬ ਆ, ਤੁਹਾਡੇ ਲਈ ਉਹ ਲੋਕ ਅਜੀਬ ਨੇ, ਉਹਨਾਂ ਲੋਕਾਂ ਲਈ ਤੁਸੀਂ ਅਜੀਬ ਆ ਨਾ। ਇੱਦਾਂ ਲੱਗਾ ਕਿ ਹੁਣ ਹਾਲਾਤਾਂ ਦੇ ਨਾਲ ਨਹੀਂ ਮੈਂ ਮੁੜਨਾ, ਹਾਲਾਤਾਂ ਨੂੰ ਮੋੜਨਾ ਨਾ। ਅਰਦਾਸ ਕਰਨੀ ਗੁਰੂ ਸਾਹਿਬ ਜੀ ਅੱਗੇ, ਮਨ 'ਚ ਚਾਹ ਰੱਖਣਾ ਕਿ ਹੁਣ ਮੈਂ ਕੈਰੀਅਰ ਨਹੀਂ ਬਣਾਉਣਾ ਇੱਥੇ, ਮੈਂ ਆਪਣੀ ਪਹਿਚਾਣ ਬਣਾਉਣੀ ਹੈ। ਉਹ ਪੁਲਿਸ ਵਾਲੇ ਜਦੋਂ ਵੀ ਕਿਸੇ ਸਿੱਖ ਨੂੰ ਵੇਖਣਾ ਉਹਨੂੰ ਰੋਕ ਕੇ ਉਹਦੀ ਸ਼੍ਰੀ ਸਾਹਿਬ ਲਾ ਕੇ ਲੈ ਜਾਣੀ। ਸ਼੍ਰੀ ਸਾਹਿਬ ਲਾਉਣੀ, ਹੁਣ ਸਿਗਰਟਾਂ ਵਾਲੇ ਹੱਥ ਆ, ਉਹ ਉਹਨੂੰ ਭਸਮ ਕਰ ਦਿੰਦੇ ਸੀ, ਇਕੱਲੀ ਉਹਦੀ ਬੇਅਦਬੀ ਹੋਣੀ, ਫਿਰ ਉਹਨੂੰ ਜੁਰਮਾਨਾ ਕਰਨਾ। ਉਹ ਚੀਜ਼ ਕਾਫੀ ਮਤਲਬ ਚਿੰਤਾ ਦਾ ਵਿਸ਼ਾ ਜਿਹਾ ਸੀਗਾ ਉਸ ਸਮੇਂ। ਅਤੇ ਉਸ ਸਮੇਂ ਮੈਨੂੰ ਇੱਦਾਂ ਇਹ ਅਹਿਸਾਸ ਹੋਣਾ ਕਿ ਮੈਂ ਇਕੱਲੇ ਆਪਣੇ ਮਾਪਿਆਂ ਦਾ ਪੁੱਤ ਨਹੀਂ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਪੁੱਤ ਹਾਂ। ਮੇਰੇ ਕੱਚੇ ਕੋਈ ਪਰਿਵਾਰਕ ਫਰਜ਼ ਨਹੀਂ ਆ, ਮੇਰੇ ਕੌਮੀ ਫਰਜ਼ ਵੀ ਹੈਗੇ ਆ। ਆਪਣਾ ਕੈਰੀਅਰ ਬਣਾ ਕੇ ਵੱਡੇ ਵੱਡੇ ਵਪਾਰ ਕਰਕੇ ਕੀ ਕਰ ਸਕਦਾ, ਪਰ ਜੇ ਸਾਡੇ ਸਿਰਾਂ 'ਤੇ ਜਿਹੜੀ ਦਸਤਾਰਾਂ ਵਾ, ਸਾਡੇ ਕਕਾਰ ਆ, ਜੇ ਇਹਨਾਂ ਸਤਿਕਾਰ ਨਹੀਂ ਅਸੀਂ ਬਹਾਲ ਕਰ ਸਕਦੇ ਤਾਂ ਫਿਰ ਇਹ ਇਕੱਲੇ ਪਾਉਣੇ ਨਹੀਂ, ਇਹ ਕਮਾਉਣੇ ਵੀ ਆ। ਅਤੇ ਇਹਨਾਂ ਸਤਿਕਾਰ ਵੀ ਰੱਖਣਾ ਸਾਡਾ, ਹੁਣ ਪਾ ਕੇ ਅਸੀਂ ਇਕੱਲੇ, ਅਤੇ ਜੇ ਉਹਦਾ ਸਤਿਕਾਰ ਹੀ ਨਹੀਂ ਉਹਨਾਂ ਦੇਸ਼ਾਂ ਵਿੱਚ, ਫਿਰ ਉਹ ਪਾਉਣ ਦਾ ਵੀ ਕੀ ਹੈਗਾ ਫਾਇਦਾ। ਹੈ ਨਾ, ਉੱਥੇ ਇੱਕ ਫੈਕਟਰੀ ਆ, ਉੱਥੇ 70% ਜਿਹੜੇ ਜਿੰਨੇ ਵੀ ਉਹਨਾਂ ਦੇ ਕੰਮ ਹੈ ਉਹ ਸਾਰੇ ਸਿੱਖ ਆ, ਹੈ ਨਾ। ਅਤੇ ਉਹ ਜਦੋਂ ਵੀ ਕਿਸੇ ਦੀ ਲੋੜ ਪੈਂਦੀ ਆ, ਉਹ ਗੋਰੇ ਘਟੀ ਜਾਂਦੇ, ਸਿੱਖ ਵਧੀ ਜਾਂਦੇ ਉੱਥੇ, ਹੈ ਨਾ। ਦੇਖੋ, ਮੈਂ ਤਾਂ ਹਮੇਸ਼ਾ ਇੱਕ ਬੇਨਤੀ ਕਰਦਾ ਵਾਂ ਕਿ ਕਈ ਵਾਰੀ ਜਾਂਦੇ ਆ ਆਪਾਂ, ਇੱਥੋਂ ਵਾਲ ਕਟਾ ਦਿੰਦੇ ਆ, ਪਾਸਪੋਰਟ 'ਤੇ ਫੋਟੋ ਮੋਨੇ ਦੀ ਲਾਉਂਦੇ ਆ, ਹੈ ਨਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਬਦਾਵੇ ਪਾੜਨੇ ਆ, ਬਦਾਵੇ ਲਿਖਣੇ ਨਹੀਂ ਆ, ਹੈ ਨਾ। ਇਹ ਬਦਾਵੇ ਲਿਖ ਰਹੇ ਹਾਂ ਆਪਾਂ, ਗੁਰੂ ਸਾਹਿਬ ਤੋਂ ਦੂਰੀ ਦਾ ਨਾਤਾ ਬਣਾ ਰਹੇ, ਸਿਰਫ ਆਪਣੇ ਨਿੱਜੀ ਮਕਸਦ ਲਈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਕਈ ਵਾਰ ਅਸੀਂ ਨਿੱਜੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਾਂ, ਇਕੱਲੇ ਜਾਂਦੇ ਹਾਂ, ਅਤੇ ਉੱਥੇ ਜਾ ਕੇ ਸਾਡੀ ਮੰਜ਼ਿਲ ਵੀ ਬਦਲ ਜਾਂਦੀ ਹੈ ਅਤੇ ਸਾਡਾ ਇਕੱਲਿਆਂ ਦਾ ਜਿਹੜਾ ਇੱਕ ਸਫ਼ਰ ਹੁੰਦਾ ਉਹ ਕਾਫਲੇ ਦੇ ਵਿੱਚ ਬਦਲ ਜਾਂਦਾ। ਕੁਝ ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਇੱਕ ਨੌਜਵਾਨ ਗਗਨਦੀਪ ਸਿੰਘ ਦੇ ਨਾਲ, ਜੋ ਇੱਥੋਂ ਪੰਜਾਬ ਦੀ ਧਰਤੀ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਗਏ, ਪਰ ਉੱਥੇ ਜਾ ਕੇ ਕੁਝ ਅਜਿਹੇ ਮਾਹੌਲ ਬਣਿਆ ਕਿ ਉਹਨਾਂ ਨੇ ਇੱਕ ਵੱਡਾ ਕੰਮ ਕਰ ਦਿੱਤਾ, ਜਿਹੜਾ ਕਿ ਸਾਡੀ ਪੂਰੀ ਸਿੱਖ ਕੌਮ ਦੇ ਲਈ ਮਾਣ ਸਾਬਿਤ ਹੋਇਆ। ਸਾਡੇ ਨਾਲ ਗਗਨਦੀਪ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ, ਹਰੇਕ ਬੰਦਾ ਇਸ ਧਰਤੀ ਤੋਂ, ਪੰਜਾਬ ਦੀ ਧਰਤੀ ਤੋਂ ਅੱਜ ਵਿਦੇਸ਼ਾਂ ਦਾ ਰੁਖ ਕਰ ਚੁੱਕਿਆ ਅਤੇ ਉੱਥੇ ਜਾ ਕੇ ਇੱਕ ਬਿਹਤਰ ਜ਼ਿੰਦਗੀ ਜਿਉਣ ਦੀ ਗੱਲ ਕਰਦਾ ਜਾਂ ਬਣਾਉਣ ਦੀ ਗੱਲ ਕਰਦਾ। ਸੋ ਤੁਹਾਡਾ ਸਫ਼ਰ ਸਪੇਨ ਤੱਕ ਦਾ ਕਿਵੇਂ ਬਣਿਆ? ਉਸ ਤੋਂ ਬਾਅਦ ਕਿਵੇਂ ਇਹ ਇੱਕ ਵੱਡੀ ਪ੍ਰਾਪਤੀ ਆਪਾਂ ਕਹਿ ਸਕਦੇ ਹਾਂ ਕਿ ਰਾਸ਼ਟਰਪਤੀ ਪੁਰਸਕਾਰ ਉਸ ਧਰਤੀ 'ਤੇ ਮਿਲਣਾ, ਜਿੱਥੇ ਸਿੱਖਾਂ ਦੀ ਜਿਹੜੀ ਪਹਿਚਾਣ ਆ ਉਹ ਵੀ ਪਹਿਚਾਣ ਦੀ ਮੁਹਤਾਜ ਆ, ਅਤੇ ਇਹ ਕਿਵੇਂ ਸਫ਼ਰ ਤੈਅ ਹੋਇਆ? ਮੈਂ ਜਦੋਂ 2004 ਵਿੱਚ ਇੱਥੋਂ ਸਭ ਤੋਂ ਪਹਿਲਾਂ ਮੈਂ ਸਵਿਟਜ਼ਰਲੈਂਡ ਗਿਆ ਸੀਗਾ। ਉੱਥੇ ਵਿਦੇਸ਼ੀ ਮੁਲਕ ਹੋਣ ਕਰਕੇ ਉੱਥੇ ਵਿਦੇਸ਼ੀ ਕਾਫੀ ਜਾਂਦੇ ਆ, ਅਤੇ ਉੱਥੇ ਕੰਮ ਦੀ ਕਾਫੀ ਮੈਨੂੰ ਮੁਸ਼ਕਿਲ ਆਉਂਦੀ ਸੀ ਕਿ ਕੋਈ ਰੈਸਟੋਰੈਂਟ ਦਾ ਕੰਮ ਜ਼ਿਆਦਾ ਸੀਗਾ। ਫਿਰ ਮੈਂ ਉੱਥੋਂ ਫਰਾਂਸ ਗਿਆ, ਬੈਲਜੀਅਮ ਗਿਆ, ਫਿਰ ਮੈਂ 2007 ਦੇ ਅਖੀਰ ਤੱਕ ਇੱਥੇ ਬਾਰਸੀਲੋਨਾ ਪਹੁੰਚਿਆ, ਕੈਟਲੋਨੀਆ ਵਿੱਚ। ਉੱਥੇ ਜਾ ਕੇ ਜਿਹੜੀ ਸਭ ਤੋਂ ਪਹਿਲਾਂ ਚੀਜ਼ ਇਹ ਆਈ ਸੀਗੀ ਕਿ ਲੋਕ ਜਿੱਦਾਂ ਇੱਕ ਮੈਨੂੰ ਵੇਖਣਾ ਅਤੇ ਕਿਸੇ ਨੇ ਹੱਸਣਾ, ਕਿਸੇ ਨੇ ਕੋਈ ਇੱਦਾਂ ਦਾ ਕਮੈਂਟ ਕਰ ਦੇਣਾ, ਬਿਨ ਲਾਦਿਨ, ਤਾਲਿਬਾਨ, ਮਤਲਬ ਬੜਾ ਦੁੱਖ ਜਿਹਾ ਹੋਣਾ। ਇੱਕ ਤੁਸੀਂ ਪਹਿਲਾਂ ਹੀ ਇੱਕ ਚੀਜ਼ ਸਫ਼ਰ ਕਰ ਰਹੇ ਆ, ਤੁਹਾਡੇ ਤੋਂ ਕੰਮ ਹੈ ਨਹੀਂ ਆ, ਤੁਹਾਨੂੰ ਭਾਸ਼ਾ ਨਹੀਂ ਆਉਂਦੀ, ਤੁਸੀਂ ਅਜੀਬ ਆ, ਤੁਹਾਡੇ ਲਈ ਉਹ ਲੋਕ ਅਜੀਬ ਨੇ, ਉਹਨਾਂ ਲੋਕਾਂ ਲਈ ਤੁਸੀਂ ਅਜੀਬ ਆ ਨਾ। ਅਤੇ ਉਹ ਸਾਰਾ ਕੁਛ ਕਿਤੇ ਨਾ ਕਿਤੇ ਤੁਹਾਨੂੰ ਉਸ ਹਾਲਾਤ ਜਿਹੜੇ ਇੱਦਾਂ ਦੇ ਪੈਦਾ ਹੋਏ ਹੁੰਦੇ ਆ। ਅਤੇ ਜਦੋਂ ਤੁਸੀਂ ਇਹ ਸਿੱਖ ਚਿਹਰੇ ਨੂੰ ਲੈ ਕੇ ਜਿਹੜੀ ਉਹ ਲੋਕ ਆਪਾਂ ਨੂੰ ਬਿਲਕੁਲ ਨਹੀਂ ਚਾਹੁੰਦੇ, ਉਹ ਕਾਫੀ ਬੰਦਾ ਮਾਨਸਿਕ ਤੌਰ 'ਤੇ ਕਹਿ ਲਓ ਪਰੇਸ਼ਾਨ ਹੁੰਦਾ ਹੈ ਨਾ।
ਅਤੇ ਉਸ ਚੀਜ਼ ਨੂੰ ਉਦੋਂ ਇੱਕ ਸਿਰਫ ਸੀਗਾ ਕਿ ਆਪਾਂ ਪੱਕੇ ਹੋ ਜਾਈਏ, ਜਿੱਦਾਂ ਹਰ ਬੰਦਾ ਚਾਹੁੰਦਾ ਕਿ ਮੇਰੀ ਪੇਪਰ ਬਣ ਜਾਣ। ਅਤੇ ਉਹਦੇ ਨਾਲ ਨਾਲ ਜਦੋਂ ਇੰਨਾ ਕੁਛ ਵਾਪਰਨਾ ਅਤੇ ਘਰ ਆ ਕੇ ਇਹ ਚੀਜ਼ ਨੂੰ ਮਨ 'ਤੇ ਪਰੇਸ਼ਾਨੀ ਜਿਹੀ ਰਹਿਣੀ, ਬੋਝ ਰਹਿਣਾ, ਦੁੱਖ ਹੋਣਾ ਕਿ ਇਹ ਜਿਹੜੇ ਲੋਕ ਮੈਨੂੰ ਕਿੱਦਾਂ ਦਾ ਇੱਕ ਰੂਪ ਵੇਖਦੇ ਕਿ ਇਹ ਲੁਟੰਜੇ ਵਾਲੇ ਆ, ਮਤਲਬ ਗਲਤ ਜੀ ਨਿਗਾਹ ਨਾਲ ਵੇਖਦੇ ਹੈ ਨਾ। ਅਤੇ ਅਸੀਂ ਵੰਡਣ ਵਾਲੇ ਦੇ ਪੋਤੇ ਹਾਂ ਨਾ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੋਤੇ ਹਾਂ, ਅਤੇ ਇਹ ਸਾਨੂੰ ਵੇਖਦੇ ਕਿਹੜੀ ਭਾਵਨਾ ਨਾਲ। ਬਸ ਉਹ ਚੀਜ਼ ਕਹਿ ਲਓ ਮਨ 'ਚ, ਪਹਿਲਾਂ ਮੇਰੇ ਵੀ ਮਨ 'ਚ ਸੀ ਕਿ ਮੈਂ ਵੀ ਇੰਗਲੈਂਡ ਚਲ ਜਾ, ਕੈਨੇਡਾ ਚਲ ਜਾ, ਜਿੱਦਾਂ ਬਾਕੀ ਜਾਂਦੇ ਯੂਰਪ ਤੋਂ ਗਾਂਹ ਉੱਧਰ ਨੂੰ। ਪਰ ਉਦੋਂ ਮੈਨੂੰ ਇੱਦਾਂ ਲੱਗਾ ਕਿ ਹੁਣ ਹਾਲਾਤਾਂ ਦੇ ਨਾਲ ਨਹੀਂ ਮੈਂ ਮੁੜਨਾ, ਹਾਲਾਤਾਂ ਨੂੰ ਮੋੜਨਾ ਹੈ ਨਾ। ਅਰਦਾਸ ਕਰਨੀ ਗੁਰੂ ਸਾਹਿਬ ਜੀ ਅੱਗੇ, ਮਨ 'ਚ ਚਾਅ ਰੱਖਣਾ ਕਿ ਹੁਣ ਮੈਂ ਕੈਰੀਅਰ ਨਹੀਂ ਬਣਾਉਣਾ ਇੱਥੇ, ਮੈਂ ਆਪਣੀ ਪਹਿਚਾਣ ਬਣਾਉਣੀ ਆ। ਪਹਿਲਾਂ ਜਦੋਂ ਮੈਂ ਇੱਥੋਂ ਗਿਆ ਮੈਂ ਵੀ ਕੈਰੀਅਰ ਬਣਾਉਣ ਜਿੱਦਾਂ ਹਰ ਕੋਈ ਜਾਂਦਾ, ਪਰ ਉਸ ਜਾ ਕੇ ਸਮੇਂ 'ਤੇ ਮੇਰੀ ਖਿੱਚ ਜਿਹੜੀ, ਮੇਰਾ ਸਮਾਂ ਸਾਰਾ ਮੈਨੂੰ ਇੱਧਰ ਨੂੰ ਨਹੀਂ ਸੀਗਾ ਕਿ ਮੈਂ ਆਪਣਾ ਹੁਣ ਕੈਰੀਅਰ ਬਣਾਵਾਂ, ਮੈਂ ਕੰਮ ਕਿਹੜਾ ਕਰਨਾ ਕੀ ਨਹੀਂ। ਬਸ ਮੈਂ ਉਹ ਚੀਜ਼ ਨੂੰ ਛੱਡ ਕੇ ਇਹ ਸੀਗਾ ਮੈਂ ਹੁਣ ਆਪਣੀ ਪਹਿਚਾਣ ਕਿੱਦਾਂ ਬਣਾਉਣੀ। ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਦਿਨ 'ਚ ਆਪਾਂ ਤੋਂ 5-5 6-6 ਪ੍ਰੈਜੈਂਟੇਸ਼ਨਾਂ ਕਰਦੇ ਰਹੇ ਜਾ ਕੇ ਐਸੋਸੀਏਸ਼ਨਾਂ ਵਿੱਚ। ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਥੇ ਰਹਿਣਾ ਵਾ ਉਹਨਾਂ ਲੋਕਾਂ ਵਿੱਚ, ਤੁਹਾਨੂੰ ਉੱਥੋਂ ਦੀ ਭਾਸ਼ਾ ਹੋਣੀ ਜ਼ਰੂਰੀ ਹੈ ਨਾ, ਕਿਉਂਕਿ ਉਹ ਲੋਕ ਬਿਲਕੁਲ ਅੰਗਰੇਜ਼ੀ ਨਹੀਂ ਬੋਲਦੇ। ਆਪਣੇ ਵਾਲੇ ਤਾਂ ਇੱਥੇ ਜਿੰਨੀ ਕੁ ਆਉਂਦੀ ਆ ਬੇਲੋੜੀ ਵੀ ਅੰਗਰੇਜ਼ੀ ਬੋਲੀ ਜਾਂਦਾ ਨਾ, ਉੱਥੇ ਉਹ ਲੋਕ ਸਿਰਫ ਆਪਣੀ ਮਾਂ ਭਾਸ਼ਾ 'ਚ ਗੱਲ ਕਰਦੇ ਆ। ਅਤੇ ਜੇ ਸਪੈਨਿਸ਼ ਸਿੱਖੀ ਪਹਿਲਾਂ, ਤਾਂ ਉਹ ਜਿਹੜੇ ਕਤਲਾਨ ਲੋਕ ਉਹਨੂੰ ਪ੍ਰਵਾਨ ਨਹੀਂ ਕਰਦੇ, ਉਹ ਕਹਿੰਦੇ ਸਾਡੀ ਮਾਂ ਬੋਲੀ 'ਚ ਗੱਲ ਕਰੋ। ਫਿਰ ਕਤਲਾਨ ਸਿੱਖੀ, ਫਿਰ ਉਸ ਚੀਜ਼ ਨੂੰ ਲੈ ਕੇ ਆਪਾਂ ਉੱਥੇ ਪ੍ਰੈਜੈਂਟੇਸ਼ਨਾਂ ਸ਼ੁਰੂ ਕੀਤੀਆਂ, ਇੱਕ ਸਿੱਖ ਹੈ ਕੀ ਆ, ਹੈ ਨਾ। ਉਹ ਨਾਲ ਨਾਲ ਚੱਲਦਾ ਗਿਆ। ਫਿਰ ਜਿਹੜਾ ਵੱਡੀ ਮੁਸ਼ਕਿਲ ਸੀਗੀ ਸਿੱਖਾਂ ਦੀ ਉਸ ਸਮੇਂ, ਉਹ ਸ਼੍ਰੀ ਸਾਹਿਬ ਦੀ ਸੀਗੀ ਕਿ ਕੋਈ ਵੀ ਸਿੱਖ ਗਲੀ 'ਚ ਜਾ ਰਿਹਾ ਹੈ ਕਿ ਪੁਲਿਸ ਵਾਲਿਆਂ ਦੇ ਵਿੱਚ ਜਿੱਦਾਂ ਨਾ ਇੱਕ ਚੀਜ਼ ਵਾਇਰਲ ਹੋ ਜਾਂਦੀ, ਕਹਿ ਲਓ ਕਿ ਜਿਹੜਾ ਪੱਗ ਵਾਲਾ ਬੰਦਾ ਉਹਦੇ ਕੋਲ ਚਾਕੂ ਆ, ਹੈ ਨਾ। ਉਹ ਪੁਲਿਸ ਵਾਲਿਆਂ ਜਦੋਂ ਵੀ ਕਿਸੇ ਸਿੱਖ ਨੂੰ ਵੇਖਣਾ ਉਹਨੂੰ ਰੋਕ ਕੇ ਉਹਦੀ ਸ਼੍ਰੀ ਸਾਹਿਬ ਲਾ ਕੇ ਲੈ ਜਾਣੀ, ਸ਼੍ਰੀ ਸਾਹਿਬ ਲਾਉਣੀ। ਹੁਣ ਸਿਗਟਾਂ ਵਾਲੇ ਹੱਥ ਆ, ਉਹ ਉਹਨੂੰ ਭਸਮ ਕਰ ਦਿੰਦੇ ਸੀ, ਇਕੱਲੀ ਉਹਦੀ ਬੇਅਦਬੀ ਹੋਣੀ, ਫਿਰ ਉਹਨੂੰ ਜੁਰਮਾਨਾ ਕਰਨਾ, ਹੈ ਨਾ। ਉਹ ਚੀਜ਼ ਕਾਫੀ ਮਤਲਬ ਚਿੰਤਾ ਦਾ ਵਿਸ਼ਾ ਜਿਹਾ ਸੀਗਾ ਉਸ ਸਮੇਂ। ਅਤੇ ਉਸ ਸਮੇਂ ਮੈਨੂੰ ਇੱਦਾਂ ਇਹ ਅਹਿਸਾਸ ਹੋਣਾ ਕਿ ਮੈਂ ਇਕੱਲੇ ਆਪਣੇ ਮਾਪਿਆਂ ਦਾ ਪੁੱਤ ਨਹੀਂ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਪੁੱਤ ਹਾਂ। ਮੇਰੇ ਕੱਚੇ ਕੋਈ ਪਰਿਵਾਰਕ ਫਰਜ਼ ਨਹੀਂ ਆ, ਮੇਰੇ ਕੌਮੀ ਫਰਜ਼ ਵੀ ਹੈਗੇ ਆ, ਹੈ ਨਾ। ਬਸ ਉਹ ਕਹਿ ਲਓ ਕਿ ਉਹ ਸਮਾਂ ਸੀਗਾ। ਫਿਰ ਫਰਾਂਸ ਵਿੱਚ ਉਸ ਸਮੇਂ ਵੀ ਕਾਫੀ ਦਸਤਾਰ ਦਾ ਮਸਲਾ ਉੱਠਿਆ ਸੀਗਾ। ਸਪੇਨ ਉਹਦੇ ਬਿਲਕੁਲ ਨਾਲ ਹੀ ਆ, ਬਾਰਸੀਲੋਨਾ ਹਰ ਤੋਂ 2 ਘੰਟੇ ਦਾ ਸਫ਼ਰ ਹੈ। ਅਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਲੱਗਦਾ ਕਿ ਵੀ ਇੱਥੇ ਵੀ ਉਹ ਚੀਜ਼ਾਂ ਹੈਵੀ ਨਾ ਹੋ ਜਾਣ, ਹੈ ਨਾ, ਸਾਡੇ 'ਤੇ। ਫਿਰ ਆਪਾਂ ਉਦੋਂ ਪੁਲਿਸ ਵਾਲਿਆਂ ਨੇ ਜਾ ਕੇ ਪਹਿਲੀ ਵਾਰੀ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਸਿੱਖ ਧਰਮ ਬਾਰੇ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਕੌਣ ਹਾਂ। ਅਤੇ ਉਹ ਉਸ ਸਮੇਂ ਮੇਰੀ ਬਾਰੀ ਗੱਲ ਨੂੰ ਗੌਲਦੇ ਨਹੀਂ ਸੀਗੇ, ਕਿਉਂ ਕਹਿੰਦੇ ਕਿ ਅਸੀਂ ਇੱਥੇ ਧਰਮਾਂ ਦਾ ਪ੍ਰਚਾਰ ਨਹੀਂ ਕਰਦੇ। ਮੈਂ ਕਿਹਾ ਕਿ ਮੈਂ ਧਰਮ ਦਾ ਪ੍ਰਚਾਰ, ਮੇਰਾ ਕੋਈ ਵਪਾਰ ਨਹੀਂ ਜਿਹਦੇ ਬਾਰੇ ਵੀ ਇੱਥੇ ਤੁਹਾਡੇ ਕੋਲ ਉਹਦੇ ਬਾਰੇ ਦੱਸਣ ਆਇਆ ਵਾਂ। ਇਹ ਮੇਰੀਆਂ ਭਾਵਨਾਵਾਂ ਵਾਂ, ਇੱਕ ਸਿੱਖ ਦੀਆਂ ਨਹੀਂ, ਜਿੰਨੇ ਸਿੱਖ ਇੱਥੇ ਰਹਿ ਰਹੇ ਹਰ ਇੱਕ ਸਿੱਖ ਦੀ ਭਾਵਨਾਵਾਂ। ਚਲੋ ਪਹਿਲਾਂ ਉਹਨਾਂ ਨਾਲ ਇੱਕ ਮੀਟਿੰਗ ਹੋਈ, ਜਿਹੜੀ ਇੱਥੋਂ ਦੀ SSP ਸੀਗੀ, ਉਹ ਕਾਫੀ ਚਲੋ ਧਾਰਮਿਕ ਸੀਗੀ, ਈਸਾਈ ਧਰਮ ਤੋਂ, ਅਤੇ ਉਹ ਅਧਿਆਤਮਿਕ ਹੋਣ ਕਰਕੇ ਉਹ ਭਾਵਨਾਵਾਂ ਨੂੰ ਸਮਝਿਆ ਉਹਨੇ ਨਾ। ਹਾਂਜੀ, ਉਹਨੇ ਗੱਲ ਸੁਣੀ ਵੀ ਮੈਨੂੰ ਇਹ ਗੱਲ ਕਹੀ, ਮੈਂ ਕਿਹਾ ਕਿਸੇ ਸਿੱਖ ਦੀ ਤੁਸੀਂ ਉਹਨੂੰ ਕਹੋ ਆਪਣੀ ਕਮੀਜ਼ ਲਾ ਕੇ ਆ ਜਾ, ਅਤੇ ਇੱਕ ਬੰਦੇ ਨੂੰ ਕਹਿ ਦਿਓ ਸ਼੍ਰੀ ਸਾਹਿਬ ਲਾ ਕੇ। ਮੈਂ ਕਿਹਾ ਉਹ ਕਮੀਜ਼ ਲਾਊਗਾ, ਸ਼੍ਰੀ ਸਾਹਿਬ ਨਹੀਂ ਲਾਊਗਾ। ਅਤੇ ਉਹ ਚੀਜ਼ ਸਮਝੀ ਕਿ ਇੱਕ ਸਿੱਖ ਲਈ ਆਪਣਾ ਤਨ ਨੰਗਾ ਕਰਨਾ ਸ਼ਰਮ ਵਾਲੀ ਗੱਲ ਨਹੀਂ ਆ, ਸ਼੍ਰੀ ਸਾਹਿਬ ਲਾਉਣਾ ਉਹਦੇ ਲਈ ਕਿੰਨੀ ਉਹਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ। ਚਲੋ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਆਪਾਂ ਨੂੰ, ਪਹਿਲਾਂ ਤਾਂ ਉਹ ਗੱਲ ਹੀ ਨਹੀਂ ਸੁਣਦੇ। ਉਹ ਗੁਰੂ ਸਾਹਿਬ ਦੀ ਕਿਰਪਾ ਜਦੋਂ ਪਹਿਲੀ ਪ੍ਰੈਜੈਂਟੇਸ਼ਨ ਹੋਈ, ਉਹਦੇ ਵਿੱਚ ਜਿੱਦਾਂ ਸਾਲਾਨਾ ਉਹਨਾਂ ਦਾ ਸਮਾਗਮ ਹੁੰਦਾ ਪੁਲਿਸ ਦਾ, ਜਿਹਦੇ ਵਿੱਚ ਉਹਨਾਂ ਨੇ ਜਿੰਨੇ ਜੱਜ ਹੁੰਦੇ ਆ, ਮੇਅਰ, ਫਿਰ ਅੱਗ ਬੁਝਾਊ ਜੰਤਰ ਵਾਲੇ, ਜਾਂ ਹੋਰ ਵੀ ਜਿੰਨੇ ਸਮਾਜ ਨੂੰ ਚਲਾਉਂਦੇ ਜਿਹੜੇ, ਉਹ ਸਾਰਿਆਂ ਨੂੰ ਸੱਦੇ। ਉਹ ਬੜਾ ਵਧੀਆ ਉੱਥੇ ਇੱਕ ਮੌਕਾ ਮਿਲਿਆ। ਉਹਨਾਂ ਨੇ 15-20 ਮਿੰਟ ਦਾ ਕਿਹਾ ਸੀਗਾ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫੀ ਲੰਮਾ ਉਹ ਚੱਲ ਗਈ। ਉਹਨਾਂ 'ਤੇ ਕਾਫੀ ਸਵਾਲ ਸੀਗੇ ਸਿੱਖ ਧਰਮ ਨੂੰ ਲੈ ਕੇ, ਕਿਉਂਕਿ ਉਹਨਾਂ ਲਈ ਬਿਲਕੁਲ ਅਸੀਂ ਨਵੇਂ ਸੀਗੇ। ਦਸਤਾਰ ਕਿਉਂ, ਫਿਰ ਮੈਨੂੰ ਸਵਾਲ ਕਰਨ ਵੀ ਤੂੰ ਆ ਕਿਉਂ ਰੱਖੇ ਆ। ਅਤੇ ਮੈਂ ਕਿਹਾ ਸਵਾਲ ਤੁਸੀਂ ਨਹੀਂ ਮੈਨੂੰ ਕਰ ਸਕਦੇ, ਤੁਸੀਂ ਕਿਉਂ ਰੱਖੇ ਕੇਸ, ਮੈਂ ਤੁਹਾਨੂੰ ਕਰ ਸਕਦਾ ਤੁਸੀਂ ਕਿਉਂ ਕੱਟੇ ਆ। ਮੈਂ ਕਿਹਾ ਹੁਣ ਤੁਹਾਡੇ ਉਂਗਲਾਂ ਵਾਂ, ਤੁਹਾਡੇ ਸਰੀਰ ਦੇ ਅੰਗ ਆ, ਮੈਂ ਤੁਹਾਨੂੰ ਇਹ ਥੋੜ੍ਹੀ ਕਹੂੰਗਾ ਤੁਸੀਂ ਕਿਉਂ ਰੱਖੇ, ਤੁਹਾਡੇ ਹੈਗੇ, ਸਾਨੂੰ ਕੁਦਰਤ ਨੇ ਬਖਸ਼ੇ ਆ। ਜਿਹਦੇ ਨਹੀਂ ਹੁੰਦੇ ਉਹਨੂੰ ਸਵਾਲ ਕੀਤਾ ਜਾਂਦਾ ਵੀ ਤੇਰੇ ਕਿਉਂ ਨਹੀਂ ਹੈਗੇ। ਉਹ ਇਹ ਸਵਾਲ ਤੋਂ, ਉਹ ਜੱਜ ਸੀਗਾ ਜਿਹਨੇ ਮੈਨੂੰ ਸਵਾਲ ਕੀਤਾ, ਉਹ ਕਾਫੀ ਜਿੱਦਾਂ ਉਹਨਾਂ ਲਈ ਨਾ, ਮੈਂ ਕਿਹਾ ਹੁਣ ਤੁਹਾਡੇ ਹੈ ਨਹੀਂ, ਤੁਸੀਂ ਮੈਨੂੰ ਦੱਸੋ ਤੁਹਾਡੇ ਕਿਉਂ ਨਹੀਂ ਹੈਗੇ। ਮੈਨੂੰ ਤਾਂ ਪਰਮਾਤਮਾ ਨੇ ਇੱਦਾਂ ਬਣਾਇਆ ਵਾ, ਮੈਂ ਤਾਂ ਆਪ ਕੁਛ ਨਹੀਂ ਕੀਤਾ। ਮੈਂ ਕਿਹਾ ਇੱਕ ਔਰਤ ਦੇ ਦਾੜੀ ਨਹੀਂ ਆਉਂਦੀ, ਉਹਨੂੰ ਕੁਦਰਤ ਨੇ ਇੱਦਾਂ ਸਾਜਿਆ ਵਾ। ਅਤੇ ਮੈਂ ਕਿਹਾ ਇੱਕ ਸਿੱਖ ਜਿਹੜਾ ਉਸ ਕੁਦਰਤ ਦੀ, ਉਸ ਪਰਮਾਤਮਾ ਦੀ ਜਿਹੜੀ ਹੋਂਦ ਆ, ਉਹਦਾ ਸਤਿਕਾਰ ਕਰਦਾ। ਅਸੀਂ ਉਹਦੇ 'ਚ ਕੋਈ ਛੇੜਛਾੜ ਬਦਲਾ ਬਦਲੀ ਨਹੀਂ ਕਰਦੇ, ਜਿੱਦਾਂ ਮੈਨੂੰ ਪਰਮਾਤਮਾ ਨੇ ਸਾਜਿਆ ਵਾ ਮੈਂ ਇੱਦਾਂ ਹੀ ਹਾਂ। ਚਲੋ ਇੱਦਾਂ ਚੱਲਦਾ। ਫਿਰ ਤਾਂ ਸਿੱਖ ਧਰਮ ਵਿੱਚ ਜਿਹੜੀ ਔਰਤ ਦੀ ਕੀ ਮਹਾਨਤਾ ਵਾ, ਗੁਰਦੁਆਰਾ ਸਾਹਿਬ ਨੂੰ ਲੈ ਕੇ ਚੱਲ ਗਈਆਂ ਵੀ ਉੱਥੇ ਕੌਣ ਕੌਣ ਜਾ ਸਕਦਾ। ਅਤੇ ਮੈਂ ਹਮੇਸ਼ਾ ਗੱਲ ਕਰਦਾ ਨਾ ਵੀ ਆਪਾਂ ਕਈ ਵਾਰੀ ਗੱਲਾਂ ਬਹੁਤ ਕਰ ਲੈਂਦੇ ਹਾਂ। ਮੈਂ ਉਹਨੂੰ ਕਹਿੰਦਾ ਵੀ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਵੇਖੋ, ਉੱਥੇ ਕੋਈ ਸਿੱਖ ਔਰਤ, ਕੋਈ ਮੁਸਲਿਮ ਔਰਤ, ਇਹ ਕੁਛ ਨਹੀਂ ਵੇਖਿਆ ਜਾਂਦਾ। ਤੁਸੀਂ ਕਿਹੜੇ ਦੇਸ਼ ਤੋਂ ਆ, ਕਿਹੜੇ ਧਰਮ ਤੋਂ, ਸਿਰਫ ਤੁਸੀਂ ਉੱਥੇ ਇੱਕ ਇਨਸਾਨ ਦੇ ਰੂਪ 'ਚ ਜਾ ਰਹੇ ਹੋ, ਇਨਸਾਨੀਅਤ ਦਾ ਘਰ ਆ।
ਉਹ ਗੱਲਾਂ ਉਹਨਾਂ ਦੇ ਕਾਫੀ ਸਾਰੇ ਲੋਕਾਂ ਦੇ ਕਹਿ ਲਓ ਵਧੀਆ ਛਾਪ ਛੱਡੀ ਉਹ ਜਿਹੜੀ ਪ੍ਰੈਜੈਂਟੇਸ਼ਨ ਸੀਗੀ ਆਪਣੀ। ਫਿਰ ਉਹ ਪਹਿਲਾਂ ਮੈਂ ਉਹਨਾਂ ਨੂੰ ਟਾਈਮ ਮੰਗਦਾ ਸੀਗਾ, ਬਾਅਦ 'ਚ ਉਹ ਮੇਰੇ ਤੋਂ ਟਾਈਮ ਮੰਗਦੇ ਸੀ ਵੀ ਕਿਸ ਦਿਨ ਤੁਹਾਡੇ ਕੋਲ ਟਾਈਮ ਹੈ। ਕਹਿੰਦੀ ਪਾਪਾ ਪ੍ਰੈਜੈਂਟੇਸ਼ਨ ਕਰਨੀ, ਉਹ ਥਾਣੇ ਜਾਣਾ, ਉੱਥੇ ਜਾਣਾ, ਉੱਥੇ ਜਾਣਾ। ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫੀ ਵਧੀਆ ਉਹ ਰਿਹਾ ਉਸ ਚੀਜ਼ ਨੂੰ ਲੈ ਕੇ। ਫਿਰ ਇੱਦਾਂ ਹੀ ਸਿਲਸਿਲਾ ਚੱਲਦਾ ਰਿਹਾ। ਫਿਰ ਸਕੂਲਾਂ 'ਚ ਵੀ ਜਿੱਥੇ ਆਪਾਂ ਨੂੰ ਮੁਸ਼ਕਿਲਾਂ ਆਉਣੀਆਂ ਉੱਥੇ ਜਾਣਾ। ਜੇ ਕਿਸੇ ਬੱਚੇ ਦੀ ਦਸਤਾਰ ਦਾ ਮਸਲਾ ਬਣ ਗਿਆ ਫਿਰ ਸਕੂਲਾਂ 'ਚ ਪ੍ਰੈਜੈਂਟੇਸ਼ਨ ਕਰਨੀ ਜਾ ਕੇ। ਇੱਦਾਂ ਹੀ ਚੱਲਦਾ ਰਿਹਾ ਉਹ ਕਾਫੀ ਗੁਰੂ ਸਾਹਿਬ ਦੀ ਕਿਰਪਾ ਨਾਲ। ਉੱਥੇ ਜਿੰਨਾ ਵੀ ਲਾਗੇ ਚਾਗੇ ਸੀ ਇੱਥੇ ਆਪਣਾ ਸਿੱਖ ਭਾਈਚਾਰਾ ਸੀਗਾ, ਉੱਥੇ ਆਪਾਂ ਪ੍ਰੈਜੈਂਟੇਸ਼ਨ ਸ਼ੁਰੂ। ਫਿਰ ਜਦੋਂ ਕਾਫੀ ਸਮਾਂ ਥਾਣਿਆਂ 'ਚ ਚੱਲਣ ਤੋਂ ਬਾਅਦ ਫਿਰ ਜਿਹੜੇ DGP ਸੀਗੇ ਉੱਥੋਂ ਦੇ, ਉਹਨਾਂ ਨੇ ਆਪਾਂ ਨੂੰ ਬੁਲਾਇਆ। ਫਿਰ ਆਪਣੀ ਮੁਲਾਕਾਤ ਹੋਈ। ਫਿਰ ਉਹਨਾਂ ਨੇ ਇੱਕ ਰਾਜ ਪੱਧਰ 'ਤੇ ਇੱਕ ਸਮਾਗਮ ਉਹਨਾਂ ਦਾ ਸਾਲਾਨਾ ਹੁੰਦਾ, ਉਹਦੇ ਵਿੱਚ ਸਾਰੀ ਪੁਲਿਸ ਦੇ ਅੱਗੇ ਫਿਰ, ਕਿਉਂਕਿ ਉਹ ਮੈਨੂੰ ਹਮੇਸ਼ਾ ਯਾਦ ਆਉਂਦਾ, ਮੈਂ ਜਦੋਂ ਪਹਿਲੀ ਵਾਰੀ ਨਾ ਉਦੋਂ ਫੇਸਬੁੱਕ ਨਹੀਂ ਹੁੰਦੀ, ਔਰਕੁਟ ਹੁੰਦੀ ਸੀ ਉਦੋਂ। ਅਤੇ ਸਿੱਖ ਕੋਲੇਸ਼ਨ ਹੈਗਾ ਵਾ ਅਮਰੀਕਾ ਵਿੱਚ ਇੱਕ ਸੰਸਥਾ ਵਾ, ਉਹ ਜਿੰਨੇ ਸਿੱਖ ਮਸਲੇ ਆ ਅਮਰੀਕਾ ਵਿੱਚ ਉਹਨਾਂ ਦੇ ਉਹਨਾਂ ਲਈ ਕਾਫੀ ਯਤਨਸ਼ੀਲ ਉਹਨਾਂ ਦੇ ਉਪਰਾਲੇ ਰਹਿੰਦੇ ਹਨ। ਅਤੇ ਉਹ ਮੈਂ ਜਦੋਂ ਪਹਿਲੀ ਵਾਰੀ ਉਹ ਫੋਟੋ ਵੇਖੀ, ਉਹ ਨਿਊਯਾਰਕ ਦੀ ਇੱਕ ਸਿੰਘ ਦਸਤਾਰ ਸਜਾ ਰਿਹਾ ਕਿ ਨਿਊਯਾਰਕ ਦੀ ਪੁਲਿਸ ਬੈਠੀ 150-200 ਪੁਲਿਸ ਵਾਲਾ। ਮੈਂ ਵੇਖ ਕੇ ਮੈਂ ਕਿਹਾ ਵਾਓ ਕਿੱਡੀ ਵੱਡੀ ਗੱਲ ਆ ਵੀ ਇੱਕ ਸਿੰਘ ਦਸਤਾਰ ਸਜਾ ਰਿਹਾ ਅਤੇ ਅੱਗੇ ਪੁਲਿਸ ਵਾਲੇ ਬਹਿ ਕੇ ਵੇਖ ਰਹੇ ਹਨ। ਉਹ ਤਾਂ ਮੈਂ 150-200 ਵਾਲੀ ਬੈਠੀ ਸੀ, ਪਰ ਗੁਰੂ ਸਾਹਿਬ ਜੀ ਦਾ ਇੰਨਾ ਤਰਸ ਮਹਾਰਾਜ ਨੇ ਮੇਰੇ ਮੂਹਰੇ 5000 ਬਾਤਾ ਹੈ ਨਾ। ਅਤੇ ਉਹ ਸਮਾਂ ਮੇਰੇ ਲਈ ਬਹੁਤ ਵੱਡੀ ਇੱਕ ਪ੍ਰਾਪਤੀ ਕਰ ਲਓ ਜਾਂ ਸਿੱਖ ਕੌਮ ਲਈ ਮਾਣ ਵਾਲੀ ਗੱਲ ਸੀਗੀ ਕਿ ਜਦੋਂ ਰਾਸ਼ਟਰੀ ਪੱਧਰ 'ਤੇ ਆਪਾਂ ਸਾਰਿਆਂ ਨੂੰ ਦੱਸ ਰਹੇ ਆਪਣੀ ਦਸਤਾਰ ਬਾਰੇ, ਆਪਣੇ ਕਕਾਰਾਂ ਬਾਰੇ। ਉਸ ਤੋਂ ਬਾਅਦ ਜਿਹੜਾ ਕਤਲੂਨੀਆਂ ਵਿੱਚ ਜਾਂ ਬਾਰਸੂਨਾ ਵਿੱਚ ਜਿਹੜੇ ਆਪਣੇ ਸਿੰਘਾਂ ਦੀ ਸ਼੍ਰੀ ਸਾਹਿਬਾਂ ਲਾ ਕੇ ਲੈ ਜਾਂਦੇ ਸੀ, ਜਾਂ ਆਪਾਂ ਨੂੰ ਜਿਹੜੇ ਸਾਡੇ ਸ਼ਨਾਖਤੀ ਕਾਰਡ ਹੁੰਦੇ ਆ ਉਹ 'ਤੇ ਫੋਟੋ ਨਹੀਂ ਲੱਗਦੀ ਦਸਤਾਰ ਵਾਲੀ, ਉਹ ਫਿਰ ਤਕਰੀਬਨ ਹੁਣ ਸਾਰੀ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ। ਫਿਰ ਆਪਣੀ ਇਹ ਮੁਸ਼ਕਿਲ ਕਰੋ ਉਸ ਸਮੇਂ ਜਿਹੜੇ ਆਪਣੇ ਜੁਰਮਾਨਾ ਕਰਦੇ ਸੀ ਪੁਲਿਸ ਵਾਲੇ ਸ਼੍ਰੀ ਸਾਹਿਬ ਲਾ ਕੇ ਲੈ ਜਾਂਦੇ ਸੀ, ਉਹ ਉਸ ਸਮੇਂ ਤੋਂ ਬਿਲਕੁਲ। ਜਦੋਂ ਸਪੇਨ ਅਤੇ ਅਸੀਂ ਫਰਾਂਸ ਦੀ ਗੱਲ ਕਰਦੇ ਹਾਂ ਜਾਂ ਇਹਦੇ ਨਾਲ ਦੇ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਦਸਤਾਰ ਲਈ ਇੱਕ ਵੱਡੀ ਚਿੰਤਾ ਰਹੀ ਹੈ ਹਮੇਸ਼ਾ, ਕਿਉਂਕਿ ਉੱਥੇ ਦੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਦਸਤਾਰ ਦੀ ਅਹਿਮੀਅਤ ਕੀ ਹੈ ਇੱਕ ਸਿੱਖ ਦੇ ਲਈ। ਅਤੇ ਜਦੋਂ ਅਸੀਂ ਜਦੋਂ ਇਹ ਸਫ਼ਰ ਚੱਲ ਰਿਹਾ ਸੀ ਨਾਲ ਦੀ ਨਾਲ ਤੁਹਾਨੂੰ ਦਿੱਕਤਾਂ ਵੀ ਆ ਰਹੀਆਂ ਸੀ, ਅਤੇ ਉਸ ਤੋਂ ਬਾਅਦ ਫਿਰ ਰਾਸ਼ਟਰੀ ਪੁਰਸਕਾਰ ਜਿਹੜਾ ਸੀਗਾ ਉਸ ਵੱਲ ਨੂੰ ਕਿਵੇਂ ਪੈਰ ਵਧੇ? ਉਹ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਜਾਂ ਕੋਈ ਅਜਿਹਾ ਮਾਹੌਲ ਬਣਿਆ ਕਿ ਤੁਸੀਂ ਉਸ ਪਾਸੇ ਚਲੇ ਗਏ? ਵੀ ਜੀ ਜਦੋਂ ਜਿਹੜਾ ਆਪਾਂ ਪ੍ਰੈਜੈਂਟੇਸ਼ਨਾਂ ਦਾ ਸੀ ਨਾ, ਮੈਂ ਆਪਣੀ ਭਾਵਨਾ ਅਤੇ ਇੱਕ ਆਪਣੀ ਸਿੱਖ ਪਹਿਚਾਣ ਨੂੰ ਲੈ ਕੇ ਸੀ। ਚਾਹੇ ਉਹ ਸਕੂਲ ਸੀਗਾ ਜਦੋਂ ਇੱਕ ਬੱਚੇ ਨੂੰ ਮੋੜਿਆ ਜਾਂਦਾ ਤੂੰ ਦਸਤਾਰ ਸਜਾ ਕੇ ਨਹੀਂ ਆਉਣਾ, ਚਾਹੇ ਉਹ ਯੂਨੀਵਰਸਿਟੀ ਆ, ਚਾਹੇ ਕੋਈ ਹਸਪਤਾਲ ਆ, ਅਤੇ ਚਾਹੇ ਉਹ ਪੁਲਿਸ ਥਾਣਾ ਵਾ, ਕਿਤੇ ਵੀ ਲੈ ਕੇ ਨਾ ਸਮਾਜ ਵਿੱਚ ਜਿੱਥੇ ਵੀ ਆਪਾਂ ਵਿਚਰਦੇ ਹਾਂ। ਮੈਂ ਉਸ ਪੱਖ ਤੋਂ ਕਰਦਾ ਸੀ ਪ੍ਰੈਜੈਂਟੇਸ਼ਨਾਂ ਜਾ ਕੇ ਵੱਖੋ ਵੱਖ ਥਾਵਾਂ 'ਤੇ। ਅਤੇ ਉਹ ਜਿਹੜਾ ਉਹਨਾਂ ਦਾ ਨਜ਼ਰੀਆ ਸੀਗਾ ਉਹ ਮੈਨੂੰ ਇੱਕ ਸਮਾਜ ਸੇਵਕ ਦੇ ਤੌਰ 'ਤੇ ਵੇਖਦੇ ਸੀਗੇ ਹੈ ਨਾ। ਪਰ ਮੇਰੀ ਭਾਵਨਾ ਮੈਂ ਤਾਂ ਆਪਣੇ ਜਿਹੜੀ ਸਾਡੀਆਂ ਮੁਸ਼ਕਿਲਾਂ ਨੂੰ ਲੈ ਕੇ ਕਰਦਾ ਸੀਗਾ। ਫਿਰ ਉਸੇ ਚੀਜ਼ ਨੂੰ ਲੈ ਕੇ ਇੱਕ ਸੀਗਾ ਕਿ ਜਦੋਂ ਤੁਸੀਂ ਇਹਨਾਂ ਲੋਕਾਂ ਵਿੱਚ ਵਿਚਰਦੇ ਆ, ਜਿਹੜੀ ਭਾਸ਼ਾ ਉਹ ਬਹੁਤ ਅਹਿਮ ਰੋਲ ਰੱਖਦੀ ਆ। ਕਿਉਂਕਿ ਜੇ ਤੁਹਾਨੂੰ ਗੱਲਬਾਤ ਨਹੀਂ ਕਰਨੀ ਆਉਂਦੀ, ਤੁਸੀਂ ਜੋ ਤੁਹਾਨੂੰ ਕੋਈ ਪੁੱਛ ਰਿਹਾ ਤੁਸੀਂ ਦਸਤਾਰ ਕਿਉਂ ਸਜਾਈ ਹੈ, ਹੁਣ ਮੈਨੂੰ ਕਤਲਾਨ, ਸਪੈਨਿਸ਼, ਫਰੈਂਚ ਜਾਂ ਕਿਸੇ ਵੀ ਦੇਸ਼ 'ਚ, ਮੈਂ ਇਟਲੀ 'ਚ ਹਾਂ, ਮੈਨੂੰ ਉਸ ਭਾਸ਼ਾ ਜਵਾਬ ਹੀ ਨਹੀਂ ਦੇਣਾ ਆ ਰਿਹਾ, ਮੈਨੂੰ ਸੰਤੁਸ਼ਟ ਕਿੱਦਾਂ ਕਰੂੰਗਾ? ਮੈਂ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਟੋਕਦਾ ਕਿ ਕਿੰਨੀਆਂ ਭਾਸ਼ਾਵਾਂ ਜਾਣਦੇ ਹੋ ਇਸ ਵੇਲੇ ਤੁਸੀਂ? ਆਉਂਦੀਆਂ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ 6-7 ਭਾਸ਼ਾਵਾਂ ਜਾਣਦੇ ਹੋ, ਅਤੇ ਇਹਦੇ ਨਾਲ ਬਹੁਤ ਵੱਡਾ ਫਰਕ ਆਪਣੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਇੱਕ ਹਿਸਾਬ। ਹਾਂਜੀ, ਭਾਸ਼ਾ ਇੱਦਾਂ ਵਾ ਜਿਉਂ ਤੁਸੀਂ ਸਿੱਖੀ ਜਾਂਦੇ ਆ ਅਤੇ ਇਹ ਹੋਰ ਚਾਅ ਵੱਧਦਾ ਜਾਂਦਾ, ਮੈਂ ਹੋਰ ਸਿੱਖਾਂ ਹੈ ਨਾ। ਅਤੇ ਕਿਉਂਕਿ ਇਹ ਸਾਡੇ ਵੱਡ ਵਡੇਰਿਆਂ 'ਚ ਹੁਣ ਗੁਰੂ ਸਾਹਿਬ ਜੀ ਆ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ 12 ਭਾਸ਼ਾ ਆਉਂਦੀਆਂ ਸੀ ਹੈ ਨਾ। ਆਪਾਂ ਚਲੋ 12 ਤਾਂ ਨਹੀਂ ਸਿੱਖ ਸਕਦੇ, ਪਰ ਪੁੱਤ ਤਾਂ ਆਪਾਂ ਉਹਨਾਂ ਦੇ ਹੀ ਹੈ ਨਾ, ਮਨ 'ਚ ਚਾਅ ਤਾਂ ਰੱਖ ਸਕਦੇ ਹਾਂ। ਮੈਂ ਜ਼ਰੂਰ ਇੱਦਾਂ ਨਹੀਂ ਕਿ ਮੈਨੂੰ ਇੰਨੀਆਂ ਭਾਸ਼ਾ ਆਉਂਦੀਆਂ, ਮੈਂ ਹਮੇਸ਼ਾ ਇੱਕ ਮਹਿਸੂਸ ਕਰਦਾ ਨਾ ਮਾਣ ਕਿ ਇੱਕ ਸਿੱਖ ਨੂੰ ਆਉਂਦੀਆਂ। ਵੀ ਹੁਣ ਜਦੋਂ ਕਈ ਵਾਰੀ ਦਫ਼ਤਰਾਂ 'ਚ ਜਾਈਦਾ ਨਾ ਕਿਤੇ ਕਿਸੇ ਵੀ ਦੇਸ਼ 'ਚ ਜਾਂ ਹੋਰ ਕਿਤੇ, ਅਤੇ ਉਹ ਮੈਨੂੰ ਪੁੱਛਣਗੇ ਵੀ ਤੈਨੂੰ ਸਪੈਨਿਸ਼ ਆਉਂਦੀ ਆ, ਅਤੇ ਮੈਂ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਇਹ ਕਹਿੰਦਾ ਨਾ ਵੀ ਤੂੰ ਦੱਸ ਕਿਹੜੀ ਭਾਸ਼ਾ 'ਚ ਗੱਲ ਕਰਨੀ ਹੈ ਨਾ। ਉਹ 'ਚੋਂ ਮੈਨੂੰ ਇਹ ਨਹੀਂ ਲੱਗਦਾ ਕਿ ਮੈਨੂੰ ਆਉਂਦੀ, ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਸਿੱਖ ਕਹਿ ਰਿਹਾ ਤੂੰ ਦੱਸ ਤੈਨੂੰ ਕਿਹੜੀ ਆਉਂਦੀ ਆ, ਤੂੰ ਇੰਗਲਿਸ਼ 'ਚ ਗੱਲ ਕਰਨੀ ਹੈ ਕਿ ਸਪੈਨਿਸ਼ 'ਚ ਕਰਨੀ, ਕਤਲਾਨ 'ਚ ਕਰਨੀ ਕਿ ਫਰੈਂਚ 'ਚ ਕਰਨੀ ਹੈ ਨਾ। ਸੋ ਇਹ ਚੀਜ਼ ਲੱਗਦਾ ਕਿ ਇੱਕ ਸਿੱਖ ਨੂੰ ਸਾਡੇ 'ਚ ਗੁਰੂ ਸਾਹਿਬ ਨੇ ਸਾਨੂੰ ਇਹ ਬਖਸ਼ੀਆਂ ਚੀਜ਼ਾਂ ਅਤੇ ਸਾਡੇ 'ਚ ਗੁਣ ਹੋਣੇ ਚਾਹੀਦੇ। ਇੱਕ ਸਿੱਖ ਜੁੜ ਜਾਵੇ, ਇੱਕ ਸਿੱਖ ਚਿਹਰਾ ਹੈ ਨਾ। ਅਤੇ ਕਿਤੇ ਵੀ ਤੁਸੀਂ ਉਹ ਗਗਨਦੀਪ ਸਿੰਘ ਦੀ ਪਹਿਚਾਣ ਨਹੀਂ, ਇੱਕ ਸਿੱਖ ਦੀ ਹੋਂਦ ਹੁੰਦੀ ਹੈ ਨਾ। ਬਿਲਕੁਲ, ਜਿੱਦਾਂ ਆਪਾਂ ਗੱਲ ਕਰ ਹੀ ਰਹੇ ਸੀਗੇ ਕਿ ਜਦੋਂ ਕੋਈ ਗੋਰਾ ਪੰਜਾਬੀ ਬੋਲਦਾ ਸਾਨੂੰ ਬਹੁਤ ਵਧੀਆ ਲੱਗਦਾ, ਇਸੇ ਤਰ੍ਹਾਂ ਜਦੋਂ ਅਸੀਂ ਕੋਈ ਉਹਨਾਂ ਦੀ ਭਾਸ਼ਾ ਬੋਲਦੇ ਤਾਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਵਧੀਆ ਲੱਗਦਾ। ਵੀ ਜੀ ਉਹ ਲੋਕ ਬਹੁਤ ਜ਼ਿਆਦਾ ਸਤਿਕਾਰ ਕਰਦੇ ਭਾਸ਼ਾ ਨੂੰ ਲੈ ਕੇ। ਵੇਖੋ ਮੈਂ 7-8 ਦੇਸ਼ਾਂ 'ਚ ਗਿਆ ਵਾਂ ਯੂਰਪ ਦੇ, ਪਰ ਮੈਂ ਜਿਹੜੇ ਕਤਲਾਨ ਲੋਕ ਆ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਆਪਣੀ ਮਾਂ ਬੋਲੀ ਨੂੰ, ਇੱਥੋਂ ਤੱਕ ਮੰਨ ਲਓ ਜਦੋਂ ਮੈਂ ਥੋੜ੍ਹੀ ਜਿਹੀ ਮੈਨੂੰ ਆਉਂਦੀ, ਮੈਂ ਥੋੜ੍ਹੀ ਜਿਹੀ ਬੋਲਦਾ ਨਾ, ਅਤੇ ਉਹਨਾਂ ਮੈਨੂੰ ਕਹਿਣਾ ਵਾਓ ਪਰਲਸ ਕਤਲਾ, ਮਤਲਬ ਉਹਨਾਂ ਦਾ ਮੂੰਹ ਅੱਡਿਆ ਰਹਿ ਜਾਂਦਾ ਸੀ। ਕਿਸੇ ਮੈਨੂੰ ਜੱਫੀ ਪਾਉਣੀ, ਕਿਸੇ ਨੇ ਹੱਥ ਚੁੰਮਣਾ ਆ ਕੇ ਵੀ ਤੂੰ ਕਤਲਾਨ ਬੋਲਦਾ,
ਤੇਰੀ ਬਹੁਤ ਮਿਹਰਬਾਨੀ, ਤੂੰ ਕਤਲਾਣ ਬੋਲਦਾ, ਮਤਲਬ ਇੱਦਾਂ ਦੀ ਸ਼ਬਦਾਵਲੀ ਤੁਹਾਨੂੰ ਘਰ ਆ ਕੇ ਕਰਦੀ ਵੀ ਮੈਂ ਹੋਰ ਸਿੱਖਾਂ, ਮੈਂ ਹੋਰ ਸਿੱਖਾਂ। ਇਸੇ ਚੀਜ਼ ਨੂੰ ਲੈ ਕੇ ਮੈਂ ਕਿਤਾਬ ਦਾ ਸ਼ੁਰੂ ਕੀਤਾ ਸੀਗਾ। ਮੈਂ ਇਸੇ ਵੱਲਾਂ ਆਉਣਾ ਸੀਗਾ, ਮੈਂ ਉਹੀ ਪੁੱਛ ਰਿਹਾ ਸੀਗਾ ਵੀ ਆਪਾਂ ਉਹ ਰਾਸ਼ਟਰਪਤੀ ਪੁਰਸਕਾਰ ਦੀ ਗੱਲ ਕਰ ਰਹੇ ਸੀ। ਉਸ ਚੀਜ਼ ਨੂੰ ਲੈ ਕੇ ਮੇਰੇ ਮਨ 'ਚ ਆਇਆ ਕਿ ਜਦੋਂ ਮੈਂ ਜਿਹੜੀਆਂ ਮੁਸ਼ਕਿਲਾਂ ਮੈਨੂੰ ਦਰਪੇਸ਼ ਕੀਤੀਆਂ ਉਸ ਸਮੇਂ, ਕਿ ਮੈਨੂੰ ਜਦੋਂ ਮੈਂ ਭਾਸ਼ਾ ਸਿੱਖਦਾ ਸੀ ਮੈਂ ਚਾਹੁੰਦਾ ਸੀ ਕੋਈ ਕਿਤਾਬ ਹੋਵੇ ਜਿਸ ਤੋਂ ਮੈਂ ਸਿੱਖ ਸਕਾਂ, ਹੈ ਨਾ, ਅਤੇ ਕਿ ਮੈਨੂੰ ਪੰਜਾਬੀ ਵਿੱਚ ਹੋਵੇ ਜਿਹੜੇ ਮੈਨੂੰ ਸਹੂਲਤ ਮਿਲ ਸਕੇ ਕਿ ਮੈਂ ਕੋਈ ਵੀ ਵਿਆਕਰਨ ਜਾਂ ਹੋਰ ਚੀਜ਼ਾਂ ਸਿੱਖਣੀਆਂ ਭਾਸ਼ਾ ਵਿੱਚ ਮੈਨੂੰ ਮਿਲਦੀਆਂ। ਮਿਲੀ ਨਹੀਂ, ਪਰ ਮੈਂ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਮੈਂ ਉੱਦਾਂ ਸਿੱਖ ਲਈ। ਮੇਰੇ ਜਿਹੜੇ ਅਧਿਆਪਕ ਸੀ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਉਸ ਸਮੇਂ। ਅਤੇ ਪਰ ਮੇਰੇ ਮਨ 'ਚ ਚਾਹ ਸੀ ਕਿ ਜਦੋਂ ਜਿਸ ਦਿਨ ਕਦੀ ਮੈਨੂੰ ਆਊਗੀ ਤਾਂ ਮੈਂ ਜ਼ਰੂਰ ਲਿਖਣੀ ਚਾਹੂੰਗਾ ਕਿਤਾਬ, ਕਿ ਜਿਹੜੇ ਆਪਣਾ ਪੰਜਾਬੀ ਭਾਈਚਾਰਾ ਜਾਂ ਨਵੇਂ ਪਰਿਵਾਰ ਜਿਹੜੇ ਉੱਥੇ ਜਾਂਦੇ ਆ ਉਹ ਪੰਜਾਬੀ ਵਿੱਚ ਉੱਥੋਂ ਦੀ ਭਾਸ਼ਾ ਸਿੱਖ ਸਕਣ। ਇਹ ਕਿਤਾਬ ਨੂੰ ਲੈ ਕੇ ਇਹ ਦੋਵੇਂ ਚੀਜ਼ਾਂ ਇਕੱਠੀਆਂ, ਇਹ ਕਿਤਾਬ ਫਿਰ ਜਦੋਂ ਆਪਾਂ ਹੋ ਗਈ ਪੂਰੀ, ਫਿਰ ਜਿਹੜੀ ਉੱਥੋਂ ਦੀ ਮੇਰੀ ਇੱਕ ਦੋਸਤ ਸੀਗੀ ਉੱਥੇ ਸਿੱਖਿਆ ਵਿਭਾਗ ਵਿੱਚ, ਉਹਨਾਂ ਨਾਲ ਮੈਂ ਕਿਤਾਬ ਵਿਖਾਈ, ਉਹ ਬਹੁਤ ਜ਼ਿਆਦਾ ਹੈਰਾਨ, ਉਹ ਕਹਿੰਦੀ ਇਹ ਤਾਂ ਬਹੁਤ ਵੱਡਾ ਕੰਮ ਆ। ਫਿਰ ਉਹਨਾਂ ਨੇ ਮੈਨੂੰ ਜਦੋਂ ਆਪਾਂ ਇੱਥੇ ਪਾਰਲੀਮੈਂਟ ਵਿੱਚ ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਨਾਲ ਮਿਲਾਇਆ, ਉਹ ਵੇਖ ਕੇ ਬੜੇ ਖੁਸ਼ ਹੋਏ, ਕਹਿੰਦੇ ਇਹ ਤਾਂ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਜਿਹੜਾ ਤੁਸੀਂ ਕੀਤਾ। ਅਤੇ ਫਿਰ ਉਹ ਕਹਿੰਦੇ ਅਸੀਂ ਇਹਦਾ ਮੁੱਖ ਬੰਦਾ ਆਪ ਕਰਾਂਗੇ ਅਤੇ ਆਪਾਂ ਇਹਨੂੰ ਇੱਥੇ ਰਿਲੀਜ਼ ਕਰਾਂਗੇ ਪਾਰਲੀਮੈਂਟ ਵਿੱਚ। ਮੈਨੂੰ ਬਹੁਤ ਉਦੋਂ ਮਾਣ ਮਹਿਸੂਸ ਹੋਇਆ ਕਿ ਵੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀ ਆਪਾਂ ਇੱਕ ਗਲੀਆਂ ਤੋਂ ਲੈ ਕੇ ਤੁਰੇ ਸੀ ਵੀ ਆਪਾਂ ਨੂੰ ਪਹਿਚਾਣਨੀ, ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਨੇ ਉੱਥੇ ਪਾਰਲੀਮੈਂਟ 'ਚ ਲੈ ਕੇ ਖੜ੍ਹਾ ਤਾ। ਫਿਰ ਉੱਥੇ ਕਿਤਾਬ ਇਹ ਜਦੋਂ ਰਿਲੀਜ਼ ਹੋਈ, ਫਿਰ ਇਸ ਤੋਂ ਬਾਅਦ ਜਿੱਦਾਂ ਦੋਵੇਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਆਪਾਂ ਪ੍ਰੈਜੈਂਟੇਸ਼ਨਾਂ ਕਰਦੇ ਸੀ ਕਤਲਾਣ ਭਾਸ਼ਾ ਵਿੱਚ, ਉਹ ਜ਼ਿਆਦਾ ਇਹ ਮਿਲਦੇ ਸੀ ਕਿ ਬੰਦਾ ਬਾਹਰੋਂ ਆ ਕੇ, ਇੱਥੇ ਲੋਕ ਸਪੈਨਿਸ਼ ਨਹੀਂ ਸਿੱਖਦੇ, ਇਹਨੇ ਸਪੈਨਿਸ਼ ਵਿੱਚ ਕਿਤੇ ਕਤਲਾਣ 'ਚ ਗੱਲ ਕਰਦਾ ਸਾਰੀ, ਹੈ ਨਾ। ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਾਫੀ ਜਿਹੜੀ ਮੇਰੀ ਫਾਈਲ ਆਈ ਸੀਗੀ ਪੁਰਸਕਾਰ ਵਾਸਤੇ, ਮੈਨੂੰ ਉਦੋਂ ਪਤਾ ਵੀ ਨਹੀਂ ਸੀਗਾ ਕਿ ਮੈਨੂੰ ਫਾਈਲ ਲੱਗੀ ਆ, ਕਿਉਂਕਿ 1017 ਸੀਗੇ ਕੁੱਲ ਉਮੀਦਵਾਰ। 1017 ਹਾਂਜੀ, 1017 ਵਿੱਚੋਂ ਫਿਰ ਉਹ ਜਿੱਦਾਂ ਜਿਹੜੇ ਉਹਨਾਂ ਦੇ ਜੱਜ ਹੁੰਦੇ ਉਹ ਚੁਣਦੇ ਆ ਕਿ ਜਿਹੜੀ ਉਹਦੀ ਯੋਗਤਾ ਰੱਖਦੇ ਆ, ਜੋ ਉਹਨਾਂ ਦੇ ਪੁਰਸਕਾਰ ਵਾਸਤੇ ਉਹਨਾਂ ਦੀ ਸ਼ਰਤਾਂ ਪੂਰੀਆਂ ਕਰਦੇ। ਉਹਦੇ 'ਚ ਉਹਨਾਂ 370 ਕਹਿ ਲਓ ਸ਼ਰਨ ਲਾ ਕੇ ਕੱਢੇ, ਅਤੇ 317 ਵਿੱਚ ਉਹਨਾਂ ਨੇ ਅਖੀਰ 3 ਨੂੰ ਦੇਣਾ ਹੁੰਦਾ ਵਾ। ਅਤੇ ਫਿਰ 3 'ਚ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਨੂੰ ਉਹਨਾਂ ਦਾ ਫੋਨ ਆਇਆ ਮੈਨੂੰ ਅਗਲੇ ਦਿਨ ਕਿ ਗਗਨਦੀਪ ਸਿੰਘ ਤੁਹਾਨੂੰ ਬਹੁਤ ਵਧਾਈਆਂ, ਤੁਸੀਂ ਪੁਰਸਕਾਰ ਲਈ ਚੁਣੇ ਗਏ। ਮੈਂ ਬੜਾ ਹੈਰਾਨ ਸੀ ਕਿਉਂਕਿ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਮੈਂ ਚੁਣਿਆ ਗਿਆ, ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿਹੜਾ ਪੁਰਸਕਾਰ ਅਤੇ ਕਾਹਦੇ ਵਾਸਤੇ। ਅਤੇ ਮੈਨੂੰ ਇੱਦਾਂ ਲੱਗਾ ਵੀ ਇਹਨਾਂ ਭੁਲੇਖਾ ਭੁਲੂਖਾ ਲੱਗਾ ਵਾ, ਇੱਦਾਂ ਦਾ ਕੁਛ ਨਹੀਂ। ਫਿਰ ਉਹਨਾਂ ਦਾ ਫੋਨ ਕੱਟਣ ਤੋਂ ਬਾਅਦ ਫਿਰ ਮੈਨੂੰ ਹੋਰ ਕਿੰਨੇ ਫੋਨ ਆਉਣੇ ਸ਼ੁਰੂ ਹੋ ਗਏ, ਕਿਉਂਕਿ ਉੱਥੋਂ ਦੇ ਮੀਡੀਆ 'ਚ ਆਉਣ ਦਿਆ ਪਿਆ ਸੀਗਾ, ਹੈ ਨਾ। ਅਤੇ ਫਿਰ ਉਦੋਂ ਮੈਨੂੰ ਪਤਾ ਲੱਗਾ, ਫਿਰ ਉਹਨਾਂ ਨੇ ਮੈਨੂੰ ਉੱਥੇ ਆਪਣੇ ਦਫ਼ਤਰ ਵਿੱਚ ਬੁਲਾਇਆ ਕਿ ਸਾਰੀ ਤੁਹਾਡੇ ਬਾਰੇ ਜਾਣਕਾਰੀ ਲੈਣੀ, ਤੁਹਾਡੇ ਬਚਪਨ ਤੋਂ ਲੈ ਕੇ ਤੁਹਾਡੀ ਜਿੱਦਾਂ ਬਾਇਓਗ੍ਰਾਫੀ ਕਹਿ ਲਓ। ਅਤੇ ਫਿਰ ਉਦੋਂ ਮੇਰੇ ਮਨ ਸੀਗਾ ਕਿ ਮੇਰਾ ਤਾਂ ਇਹਦੇ ਵਿੱਚ ਕੁਛ ਨਹੀਂ, ਕਿਉਂਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਇੱਕ ਕੌਮ ਨੂੰ ਲੈ ਕੇ, ਇੱਕ ਸਿੱਖ ਪੰਥ ਨੂੰ ਲੈ ਕੇ, ਉਹ ਮਨ 'ਚ ਇੱਕ ਚਾਅ ਸੀਗਾ, ਹੈ ਨਾ। ਕਿਉਂਕਿ ਕਈ ਵਾਰੀ ਅਸੀਂ ਸਿਰਫ ਆਪਣੇ ਨਿੱਜੀ ਕੰਮਾਂ ਤੱਕ, ਮੰਨ ਲਓ ਮੈਂ ਵੀ ਆਪਣਾ ਕੈਰੀਅਰ ਬਣਾ ਕੇ ਵੱਡੇ ਵੱਡੇ ਵਪਾਰ ਕਰਕੇ ਕੀ ਕਰ ਸਕਦਾ, ਪਰ ਜੇ ਸਾਡੇ ਸਿਰਾਂ 'ਤੇ ਜਿਹੜੀ ਦਸਤਾਰਾਂ ਵਾ, ਸਾਡੇ ਕਕਾਰ ਆ, ਜੇ ਇਹਨਾਂ ਸਤਿਕਾਰ ਨਹੀਂ ਅਸੀਂ ਬਹਾਲ ਕਰ ਸਕਦੇ, ਅਤੇ ਫਿਰ ਇਹ ਇਕੱਲੇ ਪਾਉਣੇ ਨਹੀਂ, ਇਹ ਕਮਾਉਣੇ ਵੀ ਆ, ਅਤੇ ਇਹਨਾਂ ਸਤਿਕਾਰ ਵੀ ਰੱਖਣਾ ਸਾਡਾ। ਹੁਣ ਪਾ ਕੇ ਅਸੀਂ ਇਕੱਲੇ, ਅਤੇ ਜੇ ਉਹਦਾ ਸਤਿਕਾਰ ਹੀ ਨਹੀਂ ਉਹਨਾਂ ਦੇਸ਼ਾਂ ਵਿੱਚ, ਫਿਰ ਉਹ ਪਾਉਣ ਦਾ ਵੀ ਕੀ ਹੈਗਾ ਫਾਇਦਾ। ਅਤੇ ਉਸ ਚੀਜ਼ ਨੂੰ ਲੈ ਕੇ ਫਿਰ ਜਦੋਂ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਮੈਂ ਕੁਛ ਨਹੀਂ ਕੀਤਾ, ਅਤੇ ਨਾ ਹੀ ਮੈਂ ਆਪਣੇ ਨਾਂ 'ਤੇ ਪੁਰਸਕਾਰ ਲੈਣਾ ਵਾ, ਅਤੇ ਮੈਂ ਆਪਣੀ ਕੌਮ ਦੇ ਨਾਂ 'ਤੇ ਲੈਣਾ ਚਾਹੁੰਦਾ, ਸਿੱਖ ਕਮਿਊਨਿਟੀ ਦੇ ਨਾਂ 'ਤੇ ਲੈਣਾ ਚਾਹੁੰਦਾ। ਉਹ ਅੱਗੋਂ ਜਿੱਦਾਂ ਥੋੜ੍ਹਾ ਹਾਸੇ ਜਿਹੇ 'ਚ ਗੱਲ ਕਰਨ ਵੀ ਕੰਮ ਤਾਂ ਤੂੰ ਕਰਦਾ, ਤੇਰੀ ਕਮਿਊਨਿਟੀ ਨੂੰ ਵੋਟ ਕਿੱਦਾਂ ਦੇਣਾ। ਅਤੇ ਮੈਂ ਕਿਹਾ ਨਹੀਂ, ਇਹ ਕੰਮ ਕਮਿਊਨਿਟੀ ਲਈ ਕੀਤਾ ਵਾ, ਅਤੇ ਸੋ ਇਹਦਾ ਜਿੱਦ ਲਈ ਹੋਵੇ ਅਤੇ ਉਹਦਾ ਹੀ ਹੱਕ ਬਣਦਾ। ਅਤੇ ਉਹ ਮੈਨੂੰ ਉਹ ਮੰਨਣ ਨਾ ਇਸ ਚੀਜ਼ ਨੂੰ। ਫਿਰ ਆਪੇ ਮੇਰੇ ਮਨ 'ਚ ਗੁਰੂ ਸਾਹਿਬ ਨੇ ਇੱਕ ਫੁਰਨਾ ਲਿਆਂਦਾ, ਮੈਂ ਕਿਹਾ ਕੰਮ ਸਾਰਾ ਤੁਸੀਂ ਕਰਦੇ, ਸਰਕਾਰ ਤੁਸੀਂ ਚਲਾਉਂਦੇ ਆ, ਅਤੇ ਬਾਹਰ ਤੁਸੀਂ ਦਫ਼ਤਰ ਦੇ ਨਾਂ ਤੁਸੀਂ ਸਰਕਾਰ ਦਾ ਲਿਖਿਆ ਵਾ, ਕੰਮ ਤੁਸੀਂ ਕਰਦੇ, ਤੁਸੀਂ ਆਪਦੇ ਨਾਂ ਕਿਉਂ ਨਹੀਂ ਲਿਖਦੇ, ਕੰਮ ਸਾਰਾ ਤੁਸੀਂ ਕਰ ਰਹੇ। ਕਿਉਂਕਿ ਉਹ ਮੈਨੂੰ ਕਹਿ ਰਹੇ ਸੀ ਨਾ ਕੰਮ ਸਾਰਾ ਤੂੰ ਕੀਤਾ ਵਾ, ਤਰਕ ਦੇ ਨਾਲ ਸਮਝਾਇਆ ਜੀ। ਉਹ ਕਹਿੰਦੇ ਅਸੀਂ ਆਪਣੀ ਸਰਕਾਰ ਲਈ ਕੰਮ ਕਰਦੇ ਹਾਂ। ਇਸੇ ਚੀਜ਼ ਤੋਂ ਮੈਨੂੰ ਉਹਨੂੰ ਇਹ ਜਵਾਬ ਦਿੱਤਾ, ਜਦੋਂ ਤੁਸੀਂ ਆਪਣੀ ਸਰਕਾਰ ਲਈ ਕਰਦੇ, ਮੈਂ ਵੀ ਆਪਣੀ ਸਰਕਾਰ ਲਈ ਕੰਮ ਕਰਦਾ, ਹੈ ਨਾ। ਸੋ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇਸ ਚੀਜ਼ ਨੂੰ ਪ੍ਰਵਾਨ ਕੀਤਾ, ਅਤੇ ਜਿਹੜਾ ਪੁਰਸਕਾਰ ਆ ਉਹ ਸਿੱਖ ਕੌਮ ਦੇ ਨਾਂ 'ਤੇ ਹੋਇਆ। ਅਤੇ ਫਿਰ ਉਹ 3 ਸੀਗੇ ਜਿਹੜੇ, 3 ਤੋਂ ਬਾਅਦ ਜਦੋਂ ਉਹਦੀ ਫਿਰ ਵੋਟਿੰਗ ਹੁੰਦੀ ਆ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਮੈਨੂੰ ਉਦੋਂ ਲੱਗੇ, ਮੈਂ ਕਿਹਾ ਜਿਹੜੇ ਗੋਰੇ ਜਿੰਨੇ ਵੀ ਹਨ ਸਾਰਿਆਂ ਵੋਟਾਂ ਦੂਜਿਆਂ ਨੂੰ ਪਾਉਣੀਆਂ ਨਾ, ਪਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਨੂੰ 52% ਪਈਆਂ ਸੀਗੀਆਂ, ਦੂਜੇ ਦੋਵਾਂ ਨੂੰ 48। ਤਾਂ ਫਿਰ ਉਹ ਸਿੱਖ ਕੌਮ ਦੇ ਨਾਂ 'ਤੇ ਜਿਹੜਾ 2017 ਦਾ ਪੁਰਸਕਾਰ ਸੀਗਾ, ਰਾਸ਼ਟਰੀ ਪੁਰਸਕਾਰ ਸਿੱਖ ਕੌਮ ਦੇ ਨਾਮ 'ਤੇ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਸ ਲਈ ਵੀ, ਕੌਮ ਨੂੰ ਮੁਬਾਰਕਾਂ। ਹਾਂ, ਜੇ ਹੁਣ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ, ਕਿਉਂਕਿ ਤੁਸੀਂ ਸਟੂਡੈਂਟ ਲਾਈਫ ਦੇ ਵਿੱਚ ਸਪੇਨ ਦੇ ਉੱਥੇ ਗਏ, ਕਤਲੂਨੀਆ ਦੀ ਅਸੀਂ ਖਾਸ ਕਰਕੇ ਗੱਲ ਕਰ ਲੈਂਦੇ ਹਾਂ। ਉਸ ਤੋਂ ਬਾਅਦ ਸਫ਼ਰ ਕਿਹੋ ਜਿਹਾ ਰਿਹਾ, ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਤੁਸੀਂ ਥੋੜ੍ਹੀਆਂ ਸਾਂਝੀਆਂ ਵੀ ਕੀਤੀਆਂ ਸਾਡੇ ਨਾਲ, ਇਸ ਵੇਲੇ ਵੀ ਐਟ ਪ੍ਰੈਜ਼ੈਂਟ ਬਹੁਤ ਸਾਰੀਆਂ ਦਿੱਕਤਾਂ ਹੋਣੀਆਂ ਨੇ ਉੱਥੇ, ਜਿਹੜੇ ਕਿਉਂਕਿ ਨੌਜਵਾਨ ਹੱਲੇ ਵੀ ਜਾ ਰਹੇ ਨੇ ਵਿਦੇਸ਼ਾਂ ਦਾ, ਹੱਲੇ ਵੀ ਰੁਖ ਕਰ ਰਹੇ ਨੇ, ਸਪੇਨ ਦੇ ਵਿੱਚ ਵੀ ਜਾ ਰਹੇ ਨੇ, ਬਾਰਸੀਲੋਨਾ, ਕਤਲੂਨੀਆ, ਇੱਥੇ ਸਾਰੇ ਜਾ ਰਹੇ ਨੇ, ਅਤੇ ਸਮੱਸਿਆਵਾਂ ਕੀ ਹੈ? ਦੇਖੋ ਵੀ ਜੀ, ਚਲੋ ਇਹ
ਕਈ ਵਾਰੀ ਲੱਗਦਾ ਕਿ ਬਹੁਤ ਕੰਮ ਹੋ ਗਿਆ, ਮੈਨੂੰ ਲੱਗਦਾ ਕਿ ਠੀਕ ਹੈ ਇਹਦੇ ਨਾਲ ਬਦਲਾਅ ਜ਼ਰੂਰ ਆਇਆ ਵਾ। ਕਿ ਅੱਗੇ ਸੀਗਾ ਪੁਲਿਸ ਵਾਲੇ ਆਪਾਂ ਨੂੰ ਬਿਲਕੁਲ ਅਣਜਾਣ ਸੀਗੇ ਆਪਾਂ, ਹੁਣ ਪੁਲਿਸ ਵਾਲਿਆਂ ਨੂੰ ਇਹ ਪਤਾ ਅਸੀਂ ਸਿੱਖ ਹਾਂ, ਸਰਕਾਰੀ ਦਫ਼ਤਰਾਂ ਵਿੱਚ ਪਤਾ ਵਾ, ਸਿੱਖਿਆ ਵਿਭਾਗ ਨੂੰ ਪਤਾ ਵਾ, ਅੱਗੇ ਸਕੂਲਾਂ ਵਿੱਚ ਬੱਚਿਆਂ ਨੂੰ ਦਸਤਾਰ ਬੰਨ੍ਹ ਕੇ ਨਹੀਂ, ਫਰਾਂਸ ਵਾਲਾ ਇੱਕ ਜਿੱਦਾਂ ਬਿਲਕੁਲ ਉੱਦਾਂ ਦਾ ਮਸਲਾ ਬਣਿਆ ਪਿਆ ਸੀ ਕਿ ਆਪਾਂ ਦਸਤਾਰ ਬੰਨ੍ਹ ਕੇ ਨਹੀਂ। ਇਹ ਨਹੀਂ ਕਿ ਮੁਸ਼ਕਿਲਾਂ ਖਤਮ ਹੋ ਗਈਆਂ ਵਾ ਜਾਂ ਸਾਰਾ ਕੁਝ ਹੱਲ ਹੋ ਗਿਆ ਵਾ, ਅਜੇ ਬਹੁਤ ਕੁਛ ਪਿਆ ਕਰਨ ਵਾਲਾ ਹੈ ਨਾ। ਮੈਨੂੰ ਅਜੇ ਲੱਗਦਾ ਅਜੇ ਅੱਧ 'ਚ ਵੀ ਨਹੀਂ ਪਹੁੰਚੇ ਆਪਾਂ, ਅਜੇ ਬਹੁਤ ਕੁਛ ਪਿਆ ਵਾ। ਠੀਕ ਹੈ ਬਦਲਾਅ ਆ ਗਿਆ ਇਹਦੇ ਨਾਲ, ਕਿ ਜਿਹੜੀਆਂ ਵੱਡੀਆਂ ਮੁਸ਼ਕਿਲਾਂ ਸੀ ਜਿੱਦਾਂ ਸ਼੍ਰੀ ਸਾਹਿਬ ਲਾ ਕੇ ਲੈ ਜਾਣੀ, ਜੁਰਮਾਨਾ ਕਰਨਾ, ਦਸਤਾਰ ਬੰਨ੍ਹ ਕੇ ਫੋਟੋ ਨਹੀਂ ਲੱਗਣੀ ਤੁਹਾਡੀ, ਇਹ ਚੀਜ਼ਾਂ ਹੱਲ ਹੋਈਆਂ। ਪਰ ਅਜੇ ਕਾਫੀ ਕੁਛ ਉੱਥੇ ਜਿਹੜਾ ਕਰਨ ਵਾਲਾ ਪਿਆ ਵਾ। ਜਿੱਦਾਂ ਕਰ ਲਓ ਕਿ ਆਪਣਾ ਸਿੱਖ ਧਰਮ ਅਜੇ ਰਜਿਸਟਰਡ ਨਹੀਂ ਆ ਉੱਥੇ, ਵੈਸੇ ਯੂਰਪ ਦੇ ਕਿਸੇ ਵੀ ਦੇਸ਼ 'ਚ ਨਹੀਂ ਰਜਿਸਟਰਡ ਅਜੇ ਤੱਕ, ਸਿਰਫ ਇੰਗਲੈਂਡ ਤੇ ਜਾਂ ਕੈਨੇਡਾ ਕਹਿ ਸਕਦੇ ਹਾਂ, ਅਤੇ ਯੂਰਪ ਦੇ ਕਿਸੇ ਵੀ ਉਹਦੇ ਬਾਰੇ ਵੀ ਹੁਣ ਅਗਲਾ ਜਿਹੜਾ ਹੈਗਾ ਵਾ ਕੰਮ ਕਰ ਲਓ ਸਿੱਖ ਭਾਈਚਾਰੇ ਲਈ ਵੱਡੀ ਜਿਹੜੀ ਹੈਗਾ ਵਾ ਇਸ ਸਮੇਂ ਉਸ ਸਿੱਖ ਧਰਮ ਰਜਿਸਟਰਡ ਹੋਵੇ। ਜਿਹਦੇ ਸਿੱਖ ਧਰਮ ਰਜਿਸਟਰਡ ਹੋਊਗਾ ਫਿਰ ਉਹਦੇ 'ਚ ਇਹ ਵਾ ਕੁਛ ਦਫ਼ਤਰ ਆ ਜਿਹੜੇ ਜਿੱਥੇ ਉਹ ਸ਼੍ਰੀ ਸਾਹਿਬ ਪਾ ਕੇ ਨਹੀਂ ਜਾਣ ਦਿੰਦੇ ਬਿਲਕੁਲ, ਜਿੱਥੇ ਉਹ ਕਹਿ ਲਓ ਵੀ ਸੁਰੱਖਿਆ ਦੇ ਪੱਖ ਨੂੰ ਲੈ ਕੇ ਅੱਗੇ। ਹਾਂਜੀ ਜੀ ਬਿਲਕੁਲ, ਜਿੱਦਾਂ ਆਪਾਂ ਹਵਾਈ ਅੱਡੇ 'ਤੇ ਜਾਈਦਾ ਹੈ ਨਾ, ਉਹ ਚੀਜ਼ ਕੁਛ ਦਫ਼ਤਰਾਂ ਵਿੱਚ ਜਾਂ ਜਦੋਂ ਆਪਾਂ ਅਦਾਲਤਾਂ 'ਚ ਜਾਈਦਾ ਵਾ ਹੈ ਨਾ, ਜਿੱਥੇ ਤੁਹਾਡੇ ਪੁਲਿਸ ਵਾਲੇ ਵਾਕਬ ਆ ਉਹਨਾਂ ਨੂੰ ਪਤਾ ਵਾ, ਪਰ ਜ਼ਿਆਦਾਤਰ ਉੱਥੇ ਮੁਸ਼ਕਿਲ ਅਜੇ ਹੈਗੀ ਆ। ਪਰ ਇਹ ਵਾ ਜਦੋਂ ਸਿੱਖ ਧਰਮ ਉੱਥੇ ਸਰਕਾਰੀ ਤੌਰ 'ਤੇ ਉਹਨੂੰ ਮਾਨਤਾ ਮਿਲ ਜੂਗੀ ਫਿਰ ਆਪਣੀ ਇਹ ਮੁਸ਼ਕਿਲ ਵੀ ਹੱਲ ਹੋ ਜੂਗੀ। ਜਿੱਦਾਂ ਕੈਨੇਡਾ ਜਾਂ ਇੰਗਲੈਂਡ ਵਿੱਚ ਇਹ ਚੀਜ਼ ਆਪਾਂ ਨੂੰ ਮੁਸ਼ਕਿਲ ਨਹੀਂ ਆਉਂਦੀ ਕਿ ਆਪਾਂ ਨੂੰ ਸ਼੍ਰੀ ਸਾਹਿਬ ਕਿਤੇ ਵੀ ਨਹੀਂ ਲਾਉਣੀ ਪੈਂਦੀ। ਇੱਕ ਇਹ ਆ, ਅਤੇ ਦੂਸਰੀਆਂ ਕੁਛ ਚੀਜ਼ਾਂ ਜਿੱਦਾਂ ਆਪਣਾ ਕਿਸੇ ਵੀ ਇੱਕ ਆਮ ਸਿੱਖ ਬੰਦਾ ਸਿੱਖੀ ਸਰੂਪ ਵਿੱਚ ਜਿਹੜੇ ਪ੍ਰਾਈਵੇਟ ਜਿੰਨੇ ਵੀ ਅਦਾਰੇ ਆ ਉਹ ਕਿਤੇ ਨਾ ਕਿਤੇ ਆਪਾਂ ਨੂੰ ਅਣਜਾਣ ਆ ਲੋਕ ਆਪਣੇ ਤੋਂ। ਉਹ ਲੋਕ ਇੱਦਾਂ ਨਹੀਂ ਕਿ ਨਸਲਵਾਦੀ ਲੋਕ ਆ। ਇੱਕ ਚੀਜ਼ ਹੁੰਦੀ ਜਿੱਦਾਂ ਹੁਣ ਆਪਾਂ ਕਈ ਵਾਰੀ ਨਸਲਵਾਦੀ ਹਮਲੇ ਵੇਖਦੇ ਹਾਂ, ਮੈਂ ਉਹ ਚੀਜ਼ ਨਹੀਂ ਉਹਨਾਂ ਲੋਕਾਂ 'ਚ ਵੇਖੀ। ਹਾਂ ਉਹ ਜਦੋਂ ਮੇਰੇ ਤੋਂ ਅਣਜਾਣ ਸੀਗੇ ਉਹ ਮੈਨੂੰ ਪ੍ਰਵਾਨ ਨਹੀਂ ਕਰਦੇ, ਪਰ ਜਦੋਂ ਉਹਨਾਂ ਨੂੰ ਪਤਾ ਮੈਂ ਸਿੱਖ ਹਾਂ, ਮੈਨੂੰ ਨਹੀਂ ਕਿਸੇ ਵੀ ਸਿੱਖ ਨੂੰ ਕਹਿ ਲਓ ਹੈ ਨਾ, ਫਿਰ ਉਹ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ, ਬਹੁਤ ਜ਼ਿਆਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਮੈਂ ਜਦੋਂ ਸ਼ੁਰੂ ਗਿਆ ਸੀਗਾ, ਮੈਂ ਉਦੋਂ ਭਾਸ਼ਾ ਸਿੱਖਦਾ ਸੀ, ਕਤਲਾਨ ਸਪੇਨੀ ਸਿੱਖਦਾ ਸੀ, ਨਾਲ ਮੈਂ ਮੀਡੀਏਸ਼ਨ ਪੜ੍ਹਦਾ ਸੀਗਾ ਉਦੋਂ ਹੈ ਨਾ। ਅਤੇ ਉਦੋਂ ਮੈਂ ਆਪਣਾ ਖਰਚਾ ਚਲਾਉਣ ਲਈ ਮੈਂ ਉਦੋਂ ਇੱਕ ਫੈਕਟਰੀ ਸੀਗੀ ਜਿੱਥੇ ਆਪਣੇ ਪਰਫਿਊਮ ਵਗੈਰਾ ਅਤਰ ਵਗੈਰਾ ਬਣਦੇ, ਅਤੇ ਉਹ ਮੈਨੂੰ ਬੰਦਾ ਕੰਮ 'ਤੇ ਮੈਂ ਜਦੋਂ ਗਿਆ ਤਾਂ ਉਹ ਬੜਾ ਪਹਿਲੀ ਵਾਰੀ ਉਹਨੇ ਸਿੱਖ ਵੇਖਿਆ ਮੈਨੂੰ ਲੱਗਦਾ, ਉਹ ਮੈਨੂੰ ਕਹੇ ਵੀ ਇੱਦਾਂ ਕਰੇ ਵੀ ਤੂੰ ਨਹੀਂ ਕੰਮ ਕਰ ਸਕਦਾ। ਮੈਂ ਕਿਹਾ ਕਿਉਂ? ਕਹਿੰਦਾ ਨਾ ਤੂੰ ਨਹੀਂ ਕੰਮ ਕਰ। ਮੈਂ ਕਿਹਾ ਕਿਉਂ? ਕਹਿੰਦਾ ਤੂੰ ਦਸਤਾਰ ਨਾਲ ਕੰਮ ਨਹੀਂ ਕਰ ਸਕਦਾ, ਪੱਗ ਨਾਲ। ਮੈਂ ਕਿਹਾ ਨਹੀਂ ਕੰਮ ਮੈਂ ਹੱਥਾਂ ਨਾਲ ਹੀ ਕਰਨਾ, ਪੱਗ ਨਾਲ ਨਹੀਂ ਕਰਨਾ। ਅਤੇ ਉਹ ਬੜਾ ਅੱਗੋਂ ਮੈਨੂੰ ਕਹਿੰਦਾ ਨਹੀਂ ਇੱਥੇ ਗਰਮੀ ਬਹੁਤ ਹੁੰਦੀ। ਮੈਂ ਕਿਹਾ ਪੰਜਾਬ 'ਚ ਇਹਦੋਂ ਵੱਧ ਗਰਮੀ ਹੁੰਦੀ ਆ। ਮਤਲਬ ਉਹ ਬੰਦਾ ਬਿਲਕੁਲ ਅਣਜਾਣ ਸੀਗਾ, ਉਹਨੂੰ ਸਮਝ ਨਹੀਂ ਹੁੰਦੀ ਕਿ ਮੈਂ ਹੁਣ ਬਹਾਨਾ ਕੀ ਲਾਵਾਂ ਹੈ ਨਾ। ਕਦੀ ਉਹ ਪੱਗ ਦਾ ਲਾਉਂਦਾ ਸੀ, ਕਦੀ ਗਰਮੀ ਦਾ। ਮੈਂ ਕਿਹਾ ਮੈਂ ਇੱਦਾਂ ਹੀ ਕੰਮ ਕਰਨਾ ਵਾ, ਜੇ ਤੈਨੂੰ ਪ੍ਰਵਾਨ ਆ ਤਾਂ ਠੀਕ ਹੈ, ਨਹੀਂ ਤਾਂ ਮੈਂ ਵਾਪਸ ਚੱਲ ਜਾਂਦਾ। ਚਲੋ ਉਹਨੇ ਮਜਬੂਰੀ ਵਸ ਜੇ ਕਿ ਮੈਨੂੰ ਲਾ ਲਿਆ, ਹਫ਼ਤਾ ਕੁ ਲਾਇਆ, ਫਿਰ ਉਹ ਬੜਾ ਖੁਸ਼ ਜਿਹਾ ਹੋਣਾ ਸ਼ੁਰੂ ਹੋ ਗਿਆ। ਫਿਰ ਗੱਲਾਂ ਬਾਤਾਂ ਹੋਣੀਆਂ, ਅੱਛਾ ਤੂੰ ਕਿਉਂ ਬੰਨੀ ਆ, ਕਿੱਦਾਂ ਵਾ, ਤੂੰ ਕਿੱਥੋਂ ਆ? ਮੈਂ ਕਹਿਣਾ ਪੰਜਾਬ ਤੋਂ। ਉਹਨੇ ਕਹਿਣਾ ਉਹ ਕਿੱਥੋਂ? ਮੈਂ ਕਿਹਾ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ। ਫਿਰ ਸਿੱਖ ਬਾਰੇ ਪੁੱਛਣਾ, ਸਿੱਖ ਦਾ ਮਤਲਬ ਕੀ ਆ? ਫਿਰ ਮੈਂ ਕਹਿਣਾ ਵੀ ਜਿਹੜਾ ਸਿੱਖੀ ਜਾਂਦਾ ਹੈ ਨਾ, ਅਤੇ ਹਮੇਸ਼ਾ 80 ਸਾਲਾਂ ਦਾ ਵੀ ਉਹਦੇ ਮਨ 'ਚ ਸਿੱਖਣ ਵਾਲੀ ਭਾਵਨਾ ਰਹੇ ਅਤੇ ਉਹ ਸਿੱਖਿਆ ਹੈ ਨਾ। ਉਹ ਬੜਾ ਖੁਸ਼ ਜਿਹਾ ਹੋਣਾ, ਉਹਨੂੰ ਕਾਫੀ ਇੱਦਾਂ ਚੱਲਦਾ ਰਿਹਾ, 3-4 ਮਹੀਨੇ ਚੱਲਦਾ ਰਿਹਾ। ਉੱਧਰੋਂ ਜਿਹੜੀ ਆਪਣੀ ਮੇਅਰ ਦੇ ਦਫ਼ਤਰੋਂ ਮੈਨੂੰ ਉਦੋਂ ਫੋਨ ਆ ਗਿਆ ਕਿ ਤੁਹਾਨੂੰ ਇੱਥੇ ਤੁਸੀਂ ਸੋਮਵਾਰ ਤੋਂ ਕੰਮ 'ਤੇ ਆਉਣਾ ਹੈ ਨਾ, ਮੀਡੀਏਟਰ ਦੇ ਤੌਰ 'ਤੇ, ਮੀਡੀਏਟਰ ਦੇ। ਅਤੇ ਉਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਜੋਰਦੀ ਹੁਣ ਮੈਂ ਤੈਨੂੰ ਆਪਣੀ ਪੱਗ ਨਾਲ ਹੋਰ ਤੰਗ ਨਹੀਂ ਕਰਿਆ ਕਰਨਾ ਸੋਮਵਾਰ ਤੋਂ। ਕਹਿੰਦਾ ਕੀ ਹੋਇਆ? ਮੈਂ ਕਿਹਾ ਹੁਣ ਮੈਂ ਜਿਹੜੇ ਮੈਂ ਕੰਮ ਕਰਨਾ ਚਾਹੁੰਦਾ ਸੀ ਨਾ, ਜਿਹੜੀ ਮੇਰੀ ਇੱਛਾ ਸੀ, ਮੇਰੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਨੂੰ ਹੁਣ ਉਹ ਮਿਲ ਗਿਆ। ਉਹ ਵੀਰ ਜੀ ਉਹਨੇ ਮੈਨੂੰ ਜੱਫੀ ਪਾਈ ਅਤੇ ਉਹਦੇ ਬੰਦੇ ਦੀ ਅੱਖਾਂ 'ਚ ਅੱਥਰੂ ਡਿੱਗਣ। ਉਹ ਬੰਦਾ ਜਿਹੜਾ ਮੈਨੂੰ ਕਹਿ ਰਿਹਾ ਸੀ ਤੂੰ ਕੰਮ ਨਹੀਂ ਕਰ ਸਕਦਾ ਪੱਗ ਬੰਨ੍ਹ ਕੇ ਬਾਹਰ ਚੱਲ, ਉਹ ਮੈਂ ਜਦੋਂ ਉੱਥੋਂ ਜਾ ਰਿਹਾ ਵਾਪਸ, ਤਾਂ ਉਹ ਰੋ ਰਿਹਾ ਸੀਗਾ ਹੈ ਨਾ। ਸੋ ਇਹ ਚੀਜ਼ ਜਿੱਦਾਂ ਕਈ ਵਾਰੀ ਆਪਾਂ ਨਸਲਵਾਦੀ ਹਮਲੇ ਜਾਂ ਹੋਰ ਕਈ ਸ਼ਬਦਾਵਲੀ, ਉਹ ਨਹੀਂ ਹੈ, ਉਹ ਸਿਰਫ ਲੋਕ ਆਪਣੇ ਤੋਂ ਅਣਜਾਣ ਆ ਕਿ ਉਹ ਮੈਨੂੰ ਜਦੋਂ ਵੇਖਦੇ, ਮੈਨੂੰ ਇੱਕ ਪਾਕਿਸਤਾਨੀ ਦੇ ਰੂਪ 'ਚ ਵੇਖਦੇ, ਮੈਨੂੰ ਇੱਕ ਮੁਸਲਮਾਨ ਦੇ ਰੂਪ 'ਚ ਵੇਖਦੇ ਆ, ਮੈਨੂੰ ਇੱਕ ਖਤਰਨਾਕ ਬੰਦੇ ਦੇ ਰੂਪ 'ਚ ਵੇਖਦੇ ਆ। ਕਿਉਂਕਿ ਜਿੰਨੇ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦੀਆਂ ਦੇ ਹਮਲੇ ਹੁੰਦੇ ਆ, ਉਹਦੇ 'ਚ ਕਈ ਮੁਸਲਮਾਨ ਚਿਹਰੇ, ਦਸਤਾਰ ਅਤੇ ਦਾੜੇ ਵਾਲੇ, ਜਿੱਦਾਂ ਬਿਨ ਲਾਦਨ ਕਹਿ ਲਓ ਜਾਂ ਹੋਰ ਕਈ ਹੁੰਦੇ ਆ। ਹੁਣ ਉਹ ਲੋਕ ਆਪਣੇ ਤੋਂ ਬਿਲਕੁਲ ਅਣਜਾਣ ਆ, ਉਹ ਮੈਨੂੰ ਵੇਖ ਰਹੇ, ਉਹਨਾਂ ਨੂੰ ਨਹੀਂ ਪਤਾ ਮੈਂ ਸਿੱਖ ਹਾਂ, ਮੈਂ ਕਿਹੜੇ ਦੇਸ਼ ਤੋਂ ਆ, ਉਹ ਮੈਨੂੰ ਉਹਦੇ ਨਾਲ ਹੀ ਜੋੜ ਰਹੇ ਆ। ਉਹ ਕਿਤੇ ਨਾ ਕਿਤੇ ਜੇ ਉਹਨਾਂ ਦੇ ਪੱਖ ਤੋਂ ਖੜ੍ਹ ਕੇ ਵੇਖੀਏ ਤਾਂ ਆਪਣੀ ਜਗ੍ਹਾ ਸਹੀ ਆ, ਪਰ ਜਦੋਂ ਉਹ ਜਾਣਦੇ ਆ ਤਾਂ ਉਹ ਕਹਿ ਲਓ ਤੁਹਾਡੇ ਤੋਂ ਜਾਣ ਵੀ ਵਾਰਦੇ ਉਹ ਲੋਕ। ਅਣਜਾਣੇਪਨ ਦੀ ਅਸੀਂ ਗੱਲ ਕਰ ਲਈ ਵੀ ਅਣਜਾਣ ਹੋਣ ਕਰਕੇ ਉਹਨਾਂ ਦਾ ਜਿਹੜਾ ਵਤੀਰਾ ਰਹਿੰਦਾ ਉਹ ਜਿਹੜੀਆਂ ਅੱਜ ਵੀ ਮੁਸ਼ਕਿਲਾਂ ਵਾ ਉਹ ਇਸੇ ਚੀਜ਼ ਦੀਆਂ। ਕਿਸੇ ਇੱਕ ਸਿੱਖ ਕਿਤੇ ਜਾਵੇ ਕੰਮ ਵਾਸਤੇ ਅਤੇ ਜੇ ਉਹਨੂੰ ਨਹੀਂ ਪ੍ਰਵਾਨ ਕਰ ਰਹੇ, ਇਸ ਕਰਕੇ ਨਹੀਂ, ਉਹ ਡਰਦੇ ਆ ਵੀ ਇਹ ਤੁਸੀਂ ਅਣਜਾਣ ਅਜੀਬ ਜਿਹੇ ਲੋਕ ਉਹਨਾਂ ਲਈ। ਪਰ ਜਿਹੜੇ ਤੁਹਾਨੂੰ ਜਾਣਦੇ ਆ, ਹੁਣ ਕਈ ਉੱਥੇ ਕਈ ਅਦਾਰੇ ਆ, ਕਈ ਰੈਸਟੋਰੈਂਟ ਆ ਜਾਂ ਹੋਰ ਕਈ ਫੈਕਟਰੀਆਂ ਵਾ ਜਿੱਥੇ ਇੱਕ ਦੋ ਸਿੱਖ ਕੰਮ ਕਰਦੇ ਆ। ਇਹ ਗੁਰੂ ਸਾਹਿਬ ਦੀ ਕਿਰਪਾ ਵੀ ਸਿੱਖ ਕਿਤੇ ਵੀ ਚੱਲ ਜਾਣ ਆਪਣੇ ਪਿਆਰ ਦੀ ਛਾਪ ਛੱਡਦੇ ਆ। ਉਹ ਚਾਹੁੰਦੇ ਕਿ ਉਹ ਜਿਹਨਾਂ ਨੂੰ ਹੋਰ ਬੰਦੇ ਦੀ ਲੋੜ ਹੈ ਤਾਂ ਹਮੇਸ਼ਾ ਸਿੱਖਾਂ ਨੂੰ ਕਹਿੰਦੇ ਹੋਰ ਸਿੱਖ ਲੈ ਕੇ ਆਓ ਹੈ ਨਾ। ਉੱਥੇ ਇੱਕ ਫੈਕਟਰੀ ਆ, ਉੱਥੇ
70% ਜਿਹੜੇ ਜਿੰਨੇ ਵੀ ਉਹਨਾਂ ਦੇ ਕੰਮ ਹੈ ਉਹ ਸਾਰੇ ਸਿੱਖ ਆ, ਹੈ ਨਾ। ਤੇ ਉਹ ਜਦੋਂ ਵੀ ਕਿਸੇ ਦੀ ਲੋੜ ਪੈਂਦੀ ਆ ਉਹ ਗੋਰੇ ਘਟੀ ਜਾਂਦੇ ਤੇ ਸਿੱਖ ਵਧੀ ਜਾਂਦੇ ਉੱਥੇ, ਹੈ ਨਾ। ਮੈਂ ਤੁਹਾਡੇ ਤੋਂ ਇਹ ਵੀ ਜਾਣਨ ਦੀ ਇਸ ਵੇਲੇ ਇੱਛਾ ਰੱਖਾਂਗਾ ਕਿਉਂਕਿ ਇਹ ਮੁਸ਼ਕਿਲਾਂ ਮੈਂ ਕਹਿ ਰਿਹਾ ਵੀ ਹੈਗੀਆਂ ਜਿਹੜੀਆਂ ਆਪਾਂ ਨੂੰ ਉੱਥੇ ਆਉਂਦੀਆਂ, ਕਿ ਆਪਾਂ ਨੂੰ ਜਿਹੜੇ ਸਿੱਖੀ ਸਰੂਪ ਵਿੱਚ ਜਿਹੜੇ ਹੈਗੇ ਆਮ ਕਿਤੇ ਵੀ ਆਪਾਂ ਜਾ ਕੇ ਇਹ ਲੋਕ ਜਿਹੜੇ ਅਜੇ ਆਪਣੇ ਤੋਂ ਅਣਜਾਣ ਆ। ਬਾਕੀ ਹੌਲੀ ਹੌਲੀ ਹੁਣ ਕਾਫੀ ਉੱਥੇ ਬਦਲਾਅ ਆਇਆ, ਪਤਾ ਲੱਗ ਰਿਹਾ। ਉੱਥੋਂ ਦੇ ਮੀਡੀਆ 'ਚ ਕਾਫੀ ਆਉਂਦੀਆਂ ਵਾ ਸਿੱਖ ਧਰਮ ਬਾਰੇ ਡਾਕੂਮੈਂਟਰੀ ਉਹਨਾਂ ਨੇ ਬਣਾਈਆਂ ਵਾ, ਕਿਤੇ ਨਾ ਕਿਤੇ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ, ਉਹਦੇ ਨਾਲ ਕਾਫੀ ਬਦਲਾਅ ਜਿਹਾ ਆ ਚੁੱਕਾ। ਪਹਿਲਾਂ ਵਾਲੇ ਹਾਲਾਤ ਨਹੀਂ ਆ, ਪਰ ਅਜੇ ਵੀ ਬਹੁਤ ਲੋੜ ਆ ਉੱਥੇ ਕੰਮ ਕਰਨ ਦੀ। ਹਾਂ, ਮੈਂ ਉਹੀ ਗੱਲ ਕਰਨ ਲੱਗਾ ਸੀਗਾ ਕਿ ਜਿੱਦਾਂ ਹੁਣ ਲਗਾਤਾਰ ਲੋਕ ਇੱਧਰੋਂ ਜਾ ਰਹੇ ਨੇ, ਜਿੱਦਾਂ ਤੁਸੀਂ ਉਹ ਸਾਰਾ ਸਮਾਂ ਹੰਢਾ ਚੁੱਕੇ ਹੋ, ਜੇ ਤੁਸੀਂ ਥੋੜ੍ਹੀ ਜਿਹੀ ਜਾਣਕਾਰੀ ਘੱਟ ਸ਼ਬਦਾਂ ਦੇ ਵਿੱਚ ਦੇਣੀ ਹੋਵੇ, ਜਿਹੜੇ ਨਵੇਂ ਬੰਦੇ ਜਾ ਰਹੇ ਨੇ, ਸਿੱਖ ਬੱਚੇ ਜਾ ਰਹੇ ਨੇ ਸਪੇਨ ਦੇ ਵਿੱਚ, ਖਾਸ ਕਰਕੇ ਜਾਂ ਕਤਲੂਨੀਆ ਦੀ ਗੱਲ ਕਰ ਲਈਏ, ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਮੈਂ ਤਾਂ ਹਮੇਸ਼ਾ ਇੱਕ ਬੇਨਤੀ ਕਰਦਾ ਵਾਂ ਕਿ ਕਈ ਵਾਰੀ ਜਾਂਦੇ ਆ ਆਪਾਂ ਇੱਥੋਂ ਵਾਲ ਕਟਾ ਦਿੰਦੇ ਆ, ਪਾਸਪੋਰਟ 'ਤੇ ਫੋਟੋ ਮੋਨੇ ਦੀ ਲਾਉਂਦੇ ਆ, ਹੈ ਨਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਬਦਾਵੇ ਪਾੜਨੇ ਆ, ਬਦਾਵੇ ਲਿਖਣੇ ਨਹੀਂ ਆ, ਹੈ ਨਾ। ਅਤੇ ਬਦਾਵੇ ਲਿਖ ਰਹੇ ਆਪਾਂ, ਹੈ ਨਾ। ਗੁਰੂ ਸਾਹਿਬ ਤੋਂ ਦੂਰੀ ਦਾ ਨਾਤਾ ਬਣਾ ਰਹੇ ਸਿਰਫ ਆਪਣੇ ਨਿੱਜੀ ਮਕਸਦ ਲਈ, ਹੈ ਨਾ। ਅਤੇ ਉੱਥੇ ਜਿਹੜੇ ਵਾਲ ਕਟਾ ਕੇ ਉਹ ਕਿਹੜੇ ਸਾਰੇ ਉੱਥੇ ਜਈ ਲੱਗੇ ਆ, ਉਹ ਵੀ ਤਾਂ ਇੱਦਾਂ ਹੀ ਕੋਈ ਭਾਂਡੇ ਮਾਂਜਣ ਦਿਆ, ਕੋਈ ਕੰਮ ਲੱਭਣ ਦਿਆ ਵਾ। ਠੀਕ ਹੈ, ਮੁਸ਼ਕਿਲ ਆਉਂਦੀ ਆ ਆਪਾਂ ਨੂੰ, ਪਰ ਮੈਂ ਹਮੇਸ਼ਾ ਸਾਰੇ ਕੋਈ ਵੀ ਉੱਥੇ ਸਿੱਖ ਭੈਣ ਭਰਾ ਵਾ ਸਿੱਖੀ ਸਰੂਪ 'ਚ, ਮੈਂ ਹਮੇਸ਼ਾ ਉਹਨਾਂ ਲਈ ਸੇਵਾ ਲਈ ਹਾਜ਼ਰ ਹਾਂ। ਮੈਨੂੰ ਕੋਈ ਵੀ, ਮੈਂ ਇਹੋ ਬੇਨਤੀ ਕਰਦਾ ਵੀਰੇ, ਕੇਸ ਨਾ ਕਟਾਓ, ਕਿਸੇ ਵੀ ਚੀਜ਼ ਦੀ ਲੋੜ ਹੈ, ਮੈਂ ਬੈਠਾ ਵਾਂ। ਆਪਾਂ ਜਿੰਨੇ ਵੀ ਗੁਰੂ ਸਾਹਿਬ ਨੇ ਮੇਰਾ ਸਰਕਲ ਬਣਾਇਆ ਵਾ, ਆਪਾਂ ਕਿਸੇ ਨੂੰ ਵੀ ਬੇਨਤੀ ਕਰ ਦਈਏ ਕੰਮ 'ਤੇ ਰੱਖ ਲੈਂਦੇ, ਹੈ ਨਾ। ਪਰ ਕੇਸ ਨਾ ਕਟਾਓ, ਕਿਉਂਕਿ ਇਹ ਬੜੇੜ ਮੁੱਲੇ ਆਪਾਂ ਨੂੰ ਖਜ਼ਾਨਾ ਗੁਰੂ ਸਾਹਿਬ ਨੇ, ਵਿਲੱਖਣਤਾ ਸਿੱਖ ਧਰਮ ਦੀ, ਹੈ ਨਾ। ਅਤੇ ਆਪਾਂ ਜਾ ਕੇ ਇੱਕ ਬਹਾਨੇ ਜਿਹਨਾਂ ਆਪਾਂ ਵੀ ਉੱਥੇ ਜਾ ਕੇ ਕੰਮ ਨਹੀਂ ਮਿਲਦਾ, ਅਤੇ ਜਿਹੜੇ ਮੋਨੇ ਉਹਨਾਂ ਨੂੰ ਵੀ ਨਹੀਂ ਮਿਲਦਾ। ਐਡਾ ਸੌਖਾ ਨਹੀਂ ਆ, ਜਿਹੜੀ ਇੱਕ ਮਕਸਦ ਚੱਲਣਾ ਹੀ ਪੈਂਦਾ ਵਾ, ਹੈ ਨਾ। ਇੱਕ ਸਫ਼ਰ ਆਪਾਂ ਨੂੰ ਹਰ ਇੱਕ ਬੰਦੇ ਨੂੰ ਕਰਨਾ ਹੀ ਪੈਂਦਾ ਵਾ। ਅਤੇ ਭਾਸ਼ਾ ਜ਼ਰੂਰੀ ਹੈ, ਜਿਹੜੀ ਨੌਜਵਾਨ ਪੀੜ੍ਹੀ ਹੈ ਭਾਸ਼ਾ ਜ਼ਰੂਰ ਸਿੱਖੇ, ਹੈ ਨਾ। ਕਿ ਬਾਹਲੇ ਜਣੇ ਜਾ ਕੇ ਸਿਰਫ ਆਪਾਂ ਕੰਮ ਲੱਭਣ 'ਤੇ ਜ਼ੋਰ ਲੱਗਦੇ, ਭਾਸ਼ਾ ਨਹੀਂ ਆਉਂਦੀ ਹੁੰਦੀ, ਇਹ ਸਭ ਤੋਂ ਜ਼ਰੂਰੀ ਚੀਜ਼ ਹੈ। ਅਤੇ ਅਖੀਰ ਦੇ ਵਿੱਚ ਹੁਣ ਇਹ ਪੁਸਤਕ ਨੂੰ ਲੈ ਕੇ ਹੋਰ ਅੱਗੇ ਕੀ ਐਫਰਟਸ ਰਹਿਣ ਵਾਲੇ ਨੇ? ਹਾਂਜੀ ਵੀ ਜੀ, ਹੁਣ ਇਹ ਸੀਗੀ ਜਿਹੜੀ ਆਪਣੇ ਕਤਰੂਨੀਆ ਵਿੱਚ ਰਹਿੰਦੇ ਸਿੱਖ ਹਨ, ਪੰਜ ਦਰਿਆਵਾਂ ਵਾਲੇ ਕਤਰੂਨੀਆ ਵਿੱਚ ਕਿਤਾਬ ਦਾ ਨਾਂ ਸੀਗਾ। ਅਤੇ ਮੇਰੇ ਮੰਦਰ ਦੋਵੇਂ ਚੀਜ਼ਾਂ ਨਾਲ, ਕਤਲਾਨ ਲੋਕਾਂ ਨਾਲ ਇੰਨਾ ਪਿਆਰ ਹੋਣ ਕਰਕੇ, ਅਤੇ ਪੰਜ ਦਰਿਆ ਮੇਰੀ ਪਹਿਚਾਣ ਹੈ ਨਾ, ਪੰਜ ਦਰਿਆਵਾਂ ਵਾਲੇ ਕਤਰੂਨੀਆ ਵਿੱਚ। ਇਸ ਤੋਂ ਇਲਾਵਾ ਜਿਹੜੇ ਹੋਰ ਸਪੇਨ 'ਚ ਸਿੱਖ ਰਹਿੰਦੇ ਆ ਕਤਰੂਨੀਆ ਤੋਂ ਬਾਹਰ, ਜਿਹੜੇ ਕਿਉਂਕਿ 65% ਸਿੱਖ ਜਿਹੜੇ ਕਤਰੂਨੀਆ 'ਚ, ਅਤੇ ਬਾਕੀ ਜਿਹੜੇ 35% ਆ ਉਹ ਬਾਕੀ ਸਪੇਨ ਦੇ ਵਿੱਚ ਆ। ਉਹਨਾਂ ਨੂੰ ਵੀ ਜਿਹੜੇ ਜਾਂਦੇ ਨਵੇਂ ਪਰਿਵਾਰ ਜਾਂ ਜਿਹੜੇ ਵੱਡੇ ਸਾਡੇ ਬੈਠੇ ਜਿਨ੍ਹਾਂ ਨੂੰ ਨਹੀਂ ਆਉਂਦੀ ਸਪੈਨਿਸ਼, ਅਤੇ ਮੈਂ ਸੋਚਦਾ ਹੁੰਦਾ ਕਿ ਜੇ ਗੁਰੂ ਸਾਹਿਬ ਨੇ ਮੈਨੂੰ ਇਹਦੇ ਕਾਬਲ ਬਣਾਇਆ ਵਾ, ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ। ਵੰਡ ਕੇ ਛਕਣਾ ਇਕੱਲਾ ਅਸੀਂ ਲੰਗਰ ਨਹੀਂ, ਜਿਹੜੀ ਵੀ ਤੁਹਾਨੂੰ ਗੁਰੂ ਸਾਹਿਬ ਨੇ ਗੁਣ ਬਖਸ਼ੇ ਤੁਸੀਂ ਵੰਡਣੇ ਦੂਜਿਆਂ ਨਾਲ। ਗੁਣਾ ਕੋ ਹੋਵੇ ਵਾਸਲਾ ਕੱਢ ਵਾਸ ਲੀਜੇ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੇ, ਹੈ ਨਾ। ਆਪਾਂ ਸਾਂਝ ਪਾਉਣੀ ਰਲ ਮਿਲ ਕੇ ਸਾਰਿਆਂ ਨੇ। ਸੋ ਹੁਣ ਦੂਸਰੀ ਕਿਤਾਬ ਜਿਹੜੀ ਸਪੈਨਿਸ਼ ਭਾਸ਼ਾ 'ਤੇ ਆ, ਉਹ ਇਸੇ ਸਾਲ ਦੇ ਵਿੱਚ ਆ ਜੂਗੀ। ਅਤੇ ਉਸ ਦੇ ਨਾਲ ਇੱਕ ਹੋਰ ਸਿੱਖ ਧਰਮ ਬਾਰੇ ਵੀ ਲਿਖ ਰਿਹਾ ਵਾਂ, ਕਤਲਾਨ ਵਿੱਚ ਅਤੇ ਸਪੈਨਿਸ਼ ਵਿੱਚ, ਉਹਨਾਂ ਲੋਕਾਂ ਵਾਸਤੇ। ਇਹ ਹੋ ਗਈ ਆਪਣਿਆਂ ਵਾਸਤੇ, ਇਹ ਹੋ ਗਈ ਉਹਨਾਂ ਵਾਸਤੇ ਜੀ। ਅਤੇ ਅਖੀਰ ਦੇ ਵਿੱਚ ਜੇ ਅਸੀਂ ਕਤਲਾਨ ਅਤੇ ਸਪੇਨ ਦੇ ਰਿਸ਼ਤੇ ਦੀ ਗੱਲ ਕਰਨੀ ਹੋਵੇ ਤਾਂ ਉਹ ਕਿਵੇਂ ਡਿਸਕਰਾਈਬ ਕਰਦੇ ਤੁਸੀਂ ਸਾਰਾ ਮਾਹੌਲ ਦੇਖਿਆ ਉੱਥੇ ਦਾ? ਹਾਂਜੀ, ਉਹ ਕਹਿ ਲਓ ਵੀ ਜਿੱਦਾਂ ਦਿੱਲੀ ਦੀ ਅਤੇ ਪੰਜਾਬ ਦੀ ਰਹੀ ਨਾ, ਬਸ ਰਿਸ਼ਤਾ ਉੱਦਾਂ ਦਾ ਕਤਲਾਨ ਦਾ ਅਤੇ ਸਪੇਨ ਦਾ ਵਾ ਜੀ। ਅਤੇ ਜਦੋਂ ਅਸੀਂ ਤੁਹਾਡੀ ਗੱਲ ਕਰਦੇ, ਤੁਹਾਨੂੰ ਮੈਂ ਉਹਦਾ ਇੰਟਰਵਿਊ ਦੀ ਸ਼ੁਰੂਆਤ ਕਰਨੀ ਸੀ, ਉਹਦੇ ਵਿੱਚ ਮੁਬਾਰਕਾਂ ਦੇਣੀਆਂ ਸੀਗੀਆਂ। ਤੁਸੀਂ 1 ਤੋਂ 2 ਹੋ ਗਿਆ, ਆਨੰਦ ਕਾਰਜ ਹੋ ਗਿਆ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਉਹਦੀਆਂ। ਬਹੁਤ ਧੰਨਵਾਦ ਜੀ। ਅਤੇ ਅਖੀਰ ਦੇ ਵਿੱਚ ਮੈਂ ਹੁਣ ਤੁਹਾਡੇ ਤੋਂ ਇਹੀ ਜਾਣਨ ਦੀ ਇੱਛਾ ਰੱਖਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪੇਨ ਦੀ ਧਰਤੀ 'ਤੇ ਸਿੱਖ ਕੌਮ ਨੂੰ ਲੈ ਕੇ ਕਿਹੜੇ ਕਦਮ ਤੁਹਾਡੇ ਵੱਲੋਂ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ? ਜਿਹੜੀ ਸਭ ਤੋਂ ਜੀ ਇਸ ਸਮੇਂ ਮੈਨੂੰ ਜ਼ਿਆਦਾ ਮੇਰਾ ਯੂਨੀਵਰਸਿਟੀਆਂ ਵੱਲ ਧਿਆਨ ਹੈ ਇਸ ਟਾਈਮ, ਕਿਉਂਕਿ ਉੱਥੇ ਜਾਣਾ ਔਖਾ ਸੀਗਾ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਿੱਧ ਬਣੀ। ਹੁਣ ਯੂਨੀਵਰਸਿਟੀਆਂ 'ਚ ਆਪਣੀ 1 ਹਫ਼ਤੇ ਦੀ ਕਲਾਸ ਹੁੰਦੀ ਆ ਸਿੱਖ ਧਰਮ ਬਾਰੇ, ਅਤੇ ਉੱਥੋਂ ਦੇ ਸੱਭਿਆਚਾਰ ਨੂੰ ਲੈ ਕੇ, ਹੈ ਨਾ। ਉਹ ਇਕੱਲਾ ਮੈਨੂੰ ਇੱਕ ਸਿੱਖ ਬੁਲਾਰੇ ਤੌਰ 'ਤੇ ਨਹੀਂ ਖੜਦੇ, ਮੈਨੂੰ ਇੱਕ ਸਿੱਖ ਮੇਰੀ ਪਹਿਚਾਣ ਆ, ਪਰ ਮੈਂ ਉੱਥੋਂ ਦਾ ਇੱਕ ਸੱਭਿਆਚਾਰ ਨੂੰ ਲੈ ਕੇ ਵੀ ਗੱਲ ਕਰਨੀ। ਪਰ ਮੇਰਾ ਮਕਸਦ ਹੁੰਦਾ ਵੀ ਆਪਣੀ ਜਿਹੜੀ ਸਾਡੀ ਧਰਮ ਦੀ ਗੱਲ, ਸਿੱਖੀ ਦੀ ਗੱਲ, ਮੈਂ ਹਮੇਸ਼ਾ ਉਹ ਜ਼ਿਆਦਾ ਕਰਦਾ ਹੁੰਦਾ। ਅਤੇ ਇਹ ਮੈਨੂੰ ਮੇਰੇ ਲਈ ਮਾਣ ਵਾਲੀ ਗੱਲ ਕਿ ਜਿਹੜੀ ਯੂਨੀਵਰਸਿਟੀਆਂ 'ਚ ਮੈਂ ਕਦੀ ਪੜ੍ਹਿਆ ਨਹੀਂ, ਜਿੱਥੇ ਮੈਂ ਕਦੀ ਗਿਆ ਨਹੀਂ, ਅਤੇ ਉੱਥੇ ਗੁਰੂ ਸਾਹਿਬ ਨੇ ਮੈਨੂੰ ਕਲਾਸ ਲਾਉਣ ਲਈ ਭੇਜਦੇ, ਹੈ ਨਾ। ਸੋ ਜ਼ਿਆਦਾ, ਕਿਉਂਕਿ ਕੱਲ੍ਹ ਨੂੰ ਜਦੋਂ ਸਰਕਾਰਾਂ ਬਣਦੀਆਂ ਵਾ, ਕੋਈ ਮੰਤਰੀ ਨਿਕਲਦੇ ਆ, ਕੋਈ ਡਾਇਰੈਕਟਰ ਨਿਕਲਦੇ ਆ, ਕੋਈ ਰਾਸ਼ਟਰਪਤੀ, ਉਹ ਯੂਨੀਵਰਸਿਟੀਆਂ 'ਚੋਂ ਹੀ ਨਿਕਲਦੇ ਆ। ਅਤੇ ਉੱਥੋਂ ਦੇ ਜਿਹੜੇ ਨੌਜਵਾਨ ਆ, ਵਿਦਿਆਰਥੀ ਯੂਨੀਵਰਸਿਟੀ ਦੇ, ਉਹ ਜਾਗਰੂਕ ਹੋਣ ਸਿੱਖ ਚਿਹਰੇ ਤੋਂ, ਸਿੱਖ ਫਲਸਫੇ ਤੋਂ। ਸੋ ਜ਼ਿਆਦਾ ਮੇਰੀ ਖਿੱਚ ਹੁਣ ਯੂਨੀਵਰਸਿਟੀਆਂ ਵੱਲ ਆ, ਕਿਉਂਕਿ ਜਿਹੜਾ ਪਹਿਲਾਂ ਆਪਣਾ ਮਸਲਾ ਜਿਹੜਾ ਪੁਲਿਸ ਦਾ ਸੀਗਾ, ਉਹ ਕਰੋ ਤਕਰੀਬਨ ਹੱਲ ਹੀ ਆ। ਅਤੇ ਜਿਹੜਾ ਜ਼ਿਆਦਾ ਹੁਣ ਅੱਗੇ ਲੈ ਕੇ ਮੇਰੀ ਜ਼ਿਆਦਾ ਖਿੱਚ ਜਿਹੜੀ ਹੁਣ ਇਸ ਸਮੇਂ ਯੂਨੀਵਰਸਿਟੀਆਂ 'ਚ ਪ੍ਰੈਜੈਂਟੇਸ਼ਨਾਂ ਦੀ ਆ, ਯਾਨੀ ਕਿ ਯੂਨੀਵਰਸਿਟੀਆਂ ਤੋਂ ਆਧਾਰ ਬਣਾ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭੇਦਭਾਵ ਹੁੰਦਾ ਜਾਂ ਅਣਜਾਣੇਪਣ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਘੱਟ ਜਾਣ। ਬਿਲਕੁਲ,
ਕਿਉਂਕਿ ਜਦੋਂ ਤੁਸੀਂ ਯੂਨੀਵਰਸਿਟੀ ਜਾਂਦੇ ਆ, ਯੂਨੀਵਰਸਿਟੀ ਤੋਂ ਹੀ ਸਾਰਾ ਸਮਾਜ ਚੱਲਦਾ, ਉੱਥੋਂ ਹੀ ਸਾਰੇ ਸਮਾਜ ਸੇਵੀ ਅਤੇ ਸਾਰੇ ਜੱਜ, ਵਕੀਲ, ਜਿੰਨੇ ਵੀ ਉੱਥੋਂ ਦੀ ਸਰਕਾਰਾਂ ਦੇ ਮੰਤਰੀ ਸਾਰੇ ਉੱਥੋਂ ਹੀ ਨਿਕਲਦੇ ਆ। ਸੋ ਹਰ ਬੰਦਾ ਜਾਗਰੂਕ ਹੋਊਗਾ ਅਤੇ ਉਹਦੇ ਨਾਲ ਜਿਹੜੇ ਹੁਣ ਤਾਂ ਨਹੀਂ, ਇਹਦਾ ਜਿਹੜਾ ਨਤੀਜਾ ਹੁਣ ਨਹੀਂ ਆਉਣਾ, ਆਉਣ ਵਾਲੇ 5 ਸਾਲ ਨੂੰ, ਆਉਣ ਵਾਲੇ 10 ਸਾਲ ਨੂੰ ਆਊਗਾ। ਕਿਉਂਕਿ ਜੋ ਅਸੀਂ ਅੱਜ ਤੋਂ 10 ਸਾਲ ਪਹਿਲਾਂ ਕੀਤਾ ਸੀਗਾ ਉਹਦਾ ਨਤੀਜਾ ਉਹਦਾ ਹੋਣੇ ਆ, ਅਤੇ ਜੋ ਹੁਣ ਕਰਾਂਗੇ ਇਹਦੇ ਆਉਣ ਵਾਲੇ 5 ਸਾਲ ਨੂੰ, 10 ਸਾਲ ਨੂੰ ਹੋਊਗਾ। ਜੀ ਬਹੁਤ ਬਹੁਤ ਸ਼ੁਕਰੀਆ ਗਗਨ ਜੀ, ਤੁਸੀਂ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਉਮੀਦ ਕਰਦੇ ਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਬਹੁਤ ਕੁਝ ਸਿੱਖਿਆ ਹੋਣਾ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਨੌਜਵਾਨ, ਸਿੱਖ ਨੌਜਵਾਨ ਇਸ ਧਰਤੀ ਨੂੰ ਛੱਡ ਕੇ, ਪੰਜਾਬ ਦੀ ਧਰਤੀ ਨੂੰ ਕਿਸੇ ਵੀ ਕਾਰਨ ਵਰਸ਼ ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਇਹੀ ਕੰਮ ਹੁੰਦਾ ਕਿ ਅਸੀਂ ਆਪਣੇ ਕੇਸ ਕਤਲ ਕਰਵਾ ਦਿੰਦੇ ਹਾਂ। ਅਤੇ ਤੁਹਾਡੇ ਸਾਹਮਣੇ ਜਿਹਦੀ ਵੱਡੀ ਇੱਕ ਐਗਜ਼ੈਂਪਲ, ਉਦਾਹਰਣ ਤੁਹਾਡੇ ਸਾਹਮਣੇ ਹੈ ਕਿ ਕੇਸ ਕਟਾਉਣ ਦੀ ਲੋੜ ਨਹੀਂ, ਕੋਸ਼ਿਸ਼ ਕਰਨ ਦੀ ਲੋੜ ਹੈ, ਅਤੇ ਕੋਸ਼ਿਸ਼ ਨੂੰ ਹਮੇਸ਼ਾ ਬੂਰ ਪੈਂਦੇ ਨੇ, ਅਤੇ ਕੋਸ਼ਿਸ਼ ਜੇ ਸੱਚੀ ਹੋਵੇ ਤਾਂ ਉਸ ਦੇ ਨਤੀਜੇ ਜਿਹੜੇ ਨੇ ਹਮੇਸ਼ਾ ਸਾਰਥਕ ਹੋ ਕੇ ਨਿਬੜਦੇ ਨੇ। ਗਗਨਦੀਪ ਸਿੰਘ ਖਾਲਸਾ ਉਸ ਦੀ ਇੱਕ ਵੱਡੀ ਉਦਾਹਰਣ ਹੈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਕਰਨ ਦਾ ਸੋਚ ਕੇ ਸਪੇਨ ਦੀ ਧਰਤੀ 'ਤੇ, ਨਾਲ ਦੇ ਮੁਲਕਾਂ ਦੀ ਧਰਤੀ 'ਤੇ ਵੀ ਕੋਸ਼ਿਸ਼ ਕਰ ਰਹੇ ਨੇ ਆਪਣੇ ਵੱਲੋਂ ਕਿ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਹੋ ਸਕੇ ਅਤੇ ਲੋਕ ਸਿੱਖਾਂ ਦੇ ਫਲਸਫੇ ਨੂੰ ਸਮਝ ਸਕਣ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਆਪਣੇ ਇਸ ਪੂਰੇ ਮਨਸੂਬੇ ਦੇ ਵਿੱਚ ਕਾਮਯਾਬ ਹੋਣ। ਫਿਲਹਾਲ ਆਗੇ ਲੈਂਦੇ ਹਾਂ, ਧੰਨਵਾਦ।